ਇਸ ਤੋਂ ਬਾਅਦ ਸਾਡੇ ਕੋਲੇ ਆਉਂਦੀ ਆ ਨਿਊਕਲੀਅਰ ਫਿਜ਼ਿਕਸ। ਦੇਖੋ, ਚਾਹੇ ਉਹ ਅਟੋਮਿਕ ਫਿਜ਼ਿਕਸ ਹੋਵੇ, ਐਟਮ ਦੇ ਬਾਰੇ ਆਪਾਂ ਸਟੱਡੀ ਕਰੀਏ, ਚਾਹੇ ਉਹ ਨਿਊਕਲੀਅਰ ਫਿਜ਼ਿਕਸ ਹੋਵੇ, ਚਾਹੇ ਉਹ ਪਾਰਟੀਕਲ ਫਿਜ਼ਿਕਸ ਹੋਵੇ, ਇਹਨਾਂ ਸਾਰੀਆਂ ਫਿਜ਼ਿਕਸ ਦਾ ਜਨਮ ਕਿੱਥੋਂ ਹੋਇਆ? ਸਾਡੇ ਕੋਲੇ ਸਪੈਕਟਰੋਸਕੋਪੀ ਤੋਂ। ਸਪੈਕਟਰੋਸਕੋਪੀ ਤੋਂ ਇਹਨਾਂ ਸਾਰੀਆਂ ਫਿਜ਼ਿਕਸ ਦੀ ਜਿਹੜੀ ਡਿਸਕਵਰੀ ਆ ਉਹ ਸਪੈਕਟਰੋਸਕੋਪੀ ਤੋਂ ਹੋਈ ਹੈ। ਤੇ ਅੱਜ ਵੀ ਜਿਹੜਾ ਵੀ ਕੁਛ ਚੱਲ ਰਿਹਾ, ਕਿਤੇ ਵੀ ਕੋਈ PhD ਕਰ ਰਿਹਾ, ਤੁਹਾਡੀ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਰਿਸਰਚ ਚੱਲ ਰਹੀ ਆ, ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜੀ ਨਿਭਾਉਂਦੀ ਆ ਉਹ ਸਪੈਕਟਰੋਸਕੋਪੀ ਨਿਭਾਉਂਦੀ ਆ। ਸਪੈਕਟਰੋਸਕੋਪੀ ਦੇ ਵਿੱਚ ਕੀ ਦਿੱਤਾ ਜਾਂਦਾ ਕਿ ਬਾਹਰੋਂ ਇੱਕ ਲਾਈਟ ਸਿੱਟੀ ਜਾਂਦੀ ਆ। ਸਪੈਕਟਰੋਸਕੋਪੀ ਦੇ ਵਿੱਚ ਕੀ ਹੁੰਦਾ? ਬਾਹਰੋਂ ਇੱਕ ਲਾਈਟ ਫਾਲ ਕਰਾਉਂਦੇ ਆਪਾਂ ਕਿਸੇ ਮਟੀਰੀਅਲ ਦੇ ਉੱਤੇ। ਇਹਨੂੰ ਮੈਨੂੰ ਐਂ ਦੱਸਣਾ ਚਾਹੀਦਾ, ਇੱਕ ਮਟੀਰੀਅਲ ਆ, ਉਹਦੇ ਉੱਤੇ ਅਸੀਂ ਲਾਈਟ ਗਿਰਾਈ, ਇੱਧਰ ਸਾਡੇ ਕੋਲ ਡਿਟੈਕਟਰ ਲੱਗਿਆ ਹੋਇਆ। ਇਹ ਕੀ ਕਰੂਗਾ? ਮਟੀਰੀਅਲ ਕੁਛ ਲਾਈਟਸ ਨੂੰ ਤਾਂ ਜਾਣ ਦਊਗਾ, ਕੁਛ ਲਾਈਟ ਦੀਆਂ ਰੇਜ਼ ਨੂੰ ਇਹ ਸਿੱਧਾ ਲੰਘਣ ਦਊਗਾ, ਕੁਛ ਨੂੰ ਅਬਜ਼ਰਵ ਕਰ ਲੂਗਾ, ਕੁਛ ਨੂੰ ਇਹ ਅਬਜ਼ਰਵ ਕਰ ਲੂ, ਕੁਛ ਨੂੰ ਸਿੱਧਾ ਜਾਣ ਦਊਗਾ। ਠੀਕ ਹੈ, ਤਾਂ ਇੱਥੇ ਕੀ ਬਣ ਜੂ? ਇੱਕ ਪੈਟਰਨ ਬਣ ਜੂਗਾ। ਕਿਤੇ ਡਾਰਕ ਫਰਿੰਜਸ ਆਉਣਗੀਆਂ, ਕਿਤੇ ਬਰਾਈਟ, ਕਿਤੇ ਡਾਰਕ ਲਾਈਨਸ ਆਉਣਗੀਆਂ, ਕਿਤੇ ਬਰਾਈਟ ਲਾਈਨਸ ਆਉਣਗੀਆਂ। ਤਾਂ ਹਰੇਕ ਮਟੀਰੀਅਲ ਦਾ ਇੱਕ ਇੱਥੇ ਨਾ ਫਿੰਗਰਪ੍ਰਿੰਟ ਬਣ ਜੂਗਾ। ਅਲੱਗ-ਅਲੱਗ ਮਟੀਰੀਅਲ ਦਾ, ਅਲੱਗ-ਅਲੱਗ ਐਲੀਮੈਂਟਸ ਨੇ ਜਿਹੜੇ ਤੁਹਾਡੇ ਕੋਲੇ, ਉਹਦਾ ਅਲੱਗ-ਅਲੱਗ ਪੈਟਰਨ ਬਣੂਗਾ। ਇਹ ਕੀ ਬਣੂ? ਫਿੰਗਰਪ੍ਰਿੰਟ ਆਫ ਐਨੀ ਐਲੀਮੈਂਟ। ਤਾਂ ਬੇਸਿਕਲੀ ਸਪੈਕਟਰੋਸਕੋਪੀ 'ਚ ਇਹੀ ਹੁੰਦਾ। ਤਾਂ ਇੱਥੋਂ ਹੀ ਕਿਸੇ ਵੀ ਮਟੀਰੀਅਲ ਦਾ ਇੰਟਰਨਲ ਸਟਰਕਚਰ ਕੀ ਆ, ਐਟਮ ਦੇ ਵਿੱਚ ਇਲੈਕਟ੍ਰੋਨ ਕਿੱਥੇ ਪਏ ਨੇ, ਜਾਂ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਕਿੱਥੇ ਪਿਆ, ਕਿੰਨੇ ਪ੍ਰੋਟੋਨ, ਨਿਊਟਰੋਨ ਦਾ ਸਟਰਕਚਰ ਕੀ ਹੋਊਗਾ ਪੂਰਾ। ਤੇ ਉਸ ਤੋਂ ਅੱਗੇ ਜਾ ਕੇ ਜਿਹੜੇ ਸਾਡੇ ਕੋਲ ਫੰਡਾਮੈਂਟਲ ਪਾਰਟੀਕਲ ਨੇ, ਉਹ ਸਾਰੀਆਂ ਚੀਜ਼ਾਂ ਸਪੈਕਟਰੋਸਕੋਪੀ ਤੋਂ ਪਤਾ ਲੱਗਦੀਆਂ ਨੇ ਸਾਨੂੰ। ਪੂਰੇ ਐਟਮ ਦਾ ਸਟਰਕਚਰ ਕੀ ਆ। ਹੁਣ ਅਸੀਂ ਨਿਊਕਲੀਅਰ ਫਿਜ਼ਿਕਸ ਕਰ ਰਹੇ ਹਾਂ ਤਾਂ ਨਿਊਕਲੀਅਸ ਦੇ ਬਾਰੇ ਪੜਾਂਗੇ। ਹੁਣ ਮੈਨੂੰ ਦੱਸ ਸਕਦਾ ਨਿਊਕਲੀਅਸ ਦਾ ਸਾਈਜ਼ ਕੀ ਹੁੰਦਾ? ਅਗਰ ਸਾਈਜ਼ ਦੱਸਣਾ ਹੋਵੇ, ਕਿਸ ਰੇਂਜ ਦੇ ਵਿੱਚ ਹੁੰਦਾ ਇਹਦਾ ਸਾਈਜ਼? approximately 1 Fermi. Approximately 1 Fermi. ਠੀਕ ਹੈ। ਅਗਰ ਮੀਟਰ ਦੇ ਵਿੱਚ ਦੱਸਣਾ ਹੋਵੇ? 10⁻⁻15 ਮੀਟਰ। 10⁻⁻15 ਮੀਟਰ। ਤਾਂ ਤੁਸੀਂ ਇਹ ਵੀ ਯਾਦ ਕਰ ਸਕਦੇ ਹੋ ਕਿ 1 ਫਰਮੀ ਹੈ ਜਿਹੜਾ ਕਿਹਦੇ ਇਕੁਅਲ ਹੁੰਦਾ? 10⁻⁻15 ਮੀਟਰ ਦੇ। ਇਹ ਵੀ ਯਾਦ ਕਰ ਸਕਦੇ ਹੋ। ਇੱਕ ਰੇਂਜ ਯਾਦ ਕਰ ਲਓ ਤੁਸੀਂ ਕਿ ਜਿਹੜਾ ਇਹਦਾ ਰੇਡੀਅਸ ਆ ਉਹ ਇਕੁਅਲ ਹੋਊਗਾ 10 ਦੀ ਪਾਵਰ ਮਾਈਨਸ 10 ਮੀਟਰ ਟੂ 10 ਦੀ ਪਾਵਰ -15 ਮੀਟਰ ਦਾ। ਕਿਸੇ ਵੀ ਨਿਊਕਲੀਅਸ ਦਾ ਕੀ ਆ ਰੇਡੀਅਸ, ਇਹਦੇ ਵਿੱਚ ਵੇਰੀ ਕਰਦਾ। ਸਰ ਐਟਮ ਦਾ ਸਾਈਜ਼ ਕਿੰਨਾ ਹੁੰਦਾ ਹੈ? ਨਿਊਕਲੀਅਸ ਦੇ ਸਾਈਜ਼ ਦੀ ਗੱਲ ਕਰ ਰਹੇ ਹਾਂ। ਨਹੀਂ, ਵੈਸੇ ਐਟਮ ਦਾ ਹੁੰਦਾ ਹੀ 10⁻⁻10 ਮੀਟਰ। ਐਟਮ ਦਾ ਇਹਨਾਂ ਕੁਐਸਚਨ ਆਇਆ ਸੀ ਸਰ। 10⁻⁻10 ਨਹੀਂ ਹੁੰਦਾ ਸਰ। 10 ਨਹੀਂ ਹੁੰਦਾ, -10 ਨਹੀਂ ਹੁੰਦਾ ਸਰ। ਤੇ ਥੋੜਾ ਜਿਹਾ ਕੰਟਰੋਵਰਸ਼ੀਅਲ ਹੈ ਐਟਮ ਦਾ ਸਾਈਜ਼ ਦੱਸਣਾ। ਤੇ ਫਿਰ ਡਿਪੈਂਡ ਕਰਦਾ ਕਿਹੜੇ ਐਟਮ ਦੀ ਗੱਲ ਕਰ ਰਹੇ। ਅੱਛਾ, ਇਹ ਚੀਜ਼ ਆ। ਇਸ ਤੋਂ ਬਾਅਦ ਮੈਨੂੰ ਐਂ ਦੱਸ ਸਕਦਾ ਜਿਹੜਾ ਨਿਊਕਲੀਅਸ ਉਹਨੂੰ ਚਾਰਜ ਕੋਣ ਕਿਹੜੀ ਚੀਜ਼ ਦੇ ਰਹੀ ਆ?
protons, बिल्कुल। ਨਿਊਕਲੀਅਸ ਦੇ ਵਿੱਚ ਕੀ ਹੁੰਦੇ ਨੇ? ਪ੍ਰੋਟੋਨ ਐਂਡ ਨਿਊਟਰੋਨ। ਨਿਊਟਰੋਨ ਕੀ ਹੁੰਦਾ? ਸਾਡੇ ਕੋਲ ਨਿਊਟਰੋਨ ਦਾ ਕੋਈ ਚਾਰਜ ਨਹੀਂ ਹੁੰਦਾ, ਪ੍ਰੋਟੋਨ ਤੇ +1 ਚਾਰਜ ਹੁੰਦਾ। ਅੱਛਾ, ਤੇ ਆਪਾਂ ਇੱਥੇ ਕੋਈ ਆਪਣੇ ਕੋਲ ਐਲੀਮੈਂਟ ਹੈ, Z ਕਿਹਨੂੰ ਰਿਪਰੈਜ਼ੈਂਟ ਕਰਦਾ? Number of protons. ਨੰਬਰ ਆਫ ਪ੍ਰੋਟੋਨ ਜਾਂ ਫਿਰ ਚਾਰਜ। N ਕਿਹਨੂੰ ਰਿਪਰੈਜ਼ੈਂਟ ਕਰਦਾ? ਨਿਊਟਰੋਨ। N + Z ਕੀ ਹੁੰਦਾ? A। ਇਹ ਤਾਂ ਸਿੰਪਲ ਜੀ ਗੱਲ ਆ, ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ। ਠੀਕ ਹੈ, ਨੀਚੇ ਆਪਾਂ ਕੀ ਲਿਖਦੇ ਹੁੰਦੇ ਆ? Z, ਉੱਪਰ ਕੀ ਲਿਖਦੇ ਆ? A। Z ਨੂੰ ਕੀ ਕਹਿੰਦੇ ਅਸੀਂ ਵੈਸੇ? ਅਟੋਮਿਕ ਨੰਬਰ। ਅਟੋਮਿਕ ਨੰਬਰ ਅਲੱਗ-ਅਲੱਗ ਐਲੀਮੈਂਟਸ ਦਾ ਅਲੱਗ-ਅਲੱਗ ਹੋਊਗਾ। ਹੁਣ ਨੈਕਸਟ ਚੱਲਦੇ ਆ। ਨੈਕਸਟ ਕੀ ਆ ਸਾਡੇ ਕੋਲ ਇੱਥੇ? ਮੈਨੂੰ ਦੱਸ ਸਕਦਾ ਆਈਸੋਬਾਰ ਕਿਹੜੇ ਹੁੰਦੇ ਨੇ? Same mass number, different atomic number. ਹਾਂਜੀ, ਆਈਸੋਬਾਰ। ਕੋਈ ਦੋ ਆਈਸੋਬਾਰ? Argon and calcium. ਆ ਵੀ ਹੋ ਸਕਦੇ ਨੇ, ਹਨਾ? ਹਾਂ, ਆਰਗਨ ਐਂਡ ਕੈਲਸ਼ੀਅਮ ਵੀ ਹੋ ਸਕਦੇ ਆ। ਕੀ ਸੇਮ ਹੈ ਇਹਦੇ ਚ? ਅਟੋਮਿਕ ਮਾਸ ਇਹਨਾਂ ਦਾ ਸੇਮ A। ਇਹ ਸਾਡੇ ਕੋਲ ਆਈਸੋਬਾਰ। ਆਈਸੋਟੋਨਸ ਕਿਹੜੇ ਹੋਣਗੇ? Neutral. having same atomic. Same atomic number, different mass number. ਠੀਕ ਹੈ, ਸੇਮ ਅਟੋਮਿਕ ਨੰਬਰ ਐਂਡ ਡਿਫਰੈਂਟ ਮਾਸ ਨੰਬਰ। Hydrogen example. Sir, isotone ਹੈ N for neutron same ਹੋਣਗੇ, ਉਹ ਆਈਸੋਟੋਪ ਹੁੰਦੇ ਆ। A - Z ਕੀ ਹੋਊਗਾ? ਸੇਮ ਹੋਊਗਾ। A ਵੀ ਡਿਫਰੈਂਟ ਹੋਊ ਤੇ Z ਵੀ ਕੀ ਹੋਊਗਾ? ਡਿਫਰੈਂਟ। ਇਹ ਹੁੰਦੇ ਆਈਸੋਟੋਪ। ਕੋਈ ਐਗਜ਼ਾਮਪਲ ਇਹਦੀ? A - Z ਕੀ ਹੁੰਦਾ? ਨੰਬਰ ਆਫ ਨਿਊਟਰੋਨ। ਕੋਈ ਇਹਦੀ ਐਗਜ਼ਾਮਪਲ? ਆ ਐਗਜ਼ਾਮਪਲ ਹੈ ਇਹਦੀ, ਲਿਥੀਅਮ ਬਰੀਲੀਅਮ। ਆਈਸੋਟੋਨ ਹੋ ਗਏ। ਇਸ ਤੋਂ ਬਾਅਦ ਸ਼ੇਪ ਕੀ ਹੁੰਦੀ ਆ ਨਿਊਕਲੀਅਸ ਦੀ? ਕੋਈ ਦੱਸ ਸਕਦਾ? Spherical ਲੈ ਕੇ ਚੱਲਦੇ ਆ ਸਰ। spherical, ਹਾਂਜੀ, ਸਫੈਰੀਕਲ ਸ਼ੇਪ ਹੋਊਗੀ। ਤੇ ਡੇਵੀਏਸ਼ਨ ਕਿੰਨੀ ਹੋ ਸਕਦੀ ਹੈ ਇਹਦੇ ਚ? ਪੂਰੀ ਸਫੈਰੀਕਲ ਨਹੀਂ ਹੁੰਦੀ, ਇਹਦੇ ਚ 10% ਦੀ। ਤੇ ਇੱਕ ਹੋਰ ਸਾਡੇ ਕੋਲ ਰਿਲੇਸ਼ਨ ਹੁੰਦਾ ਇੱਥੇ, ਉਹ ਕੀ ਆ? ਆਹ ਰਿਲੇਸ਼ਨ ਤੁਸੀਂ ਯਾਦ ਰੱਖਣਾ, ਤੁਹਾਨੂੰ ਯਾਦ ਵੀ ਹੋਊਗਾ। sir deviation less than equal to 10% ਲਿਖੇ equal to? ਨਹੀਂ, ਲੈਸ ਦੈਨ, ਹਾਂ ਲੈਸ ਦੈਨ ਜਾਂ ਇਕੁਅਲ ਟੂ 10%। ਠੀਕ ਹੈ ਸਰ। ਆਹ ਰਿਲੇਸ਼ਨ ਤੁਸੀਂ ਯਾਦ ਰੱਖਣਾ, ਵੈਸੇ ਪਤਾ ਹੀ ਹੋਊਗਾ ਤੁਹਾਨੂੰ, ਇਹ ਜਗ੍ਹਾ ਜਗ੍ਹਾ ਯੂਜ਼ ਹੁੰਦਾ। ਇਹ ਸਰ ਰੇਡੀਅਸ ਫਾਈਂਡ ਕਰਨ ਵਾਸਤੇ ਦੋ ਨਿਊਕਲੀਅਸ ਦਾ ਰੇਸ਼ੀਓ। ਬਿਲਕੁਲ ਬਿਲਕੁਲ, ਰੇਡੀਅਸ ਆਫ ਨਿਊਕਲੀਅਸ। R0 ਦੀ ਵੈਲਿਊ ਕੀ ਹੁੰਦੀ ਹੈ ਦੱਸ ਸਕਦਾ ਕੋਈ? R0 ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ ਇੱਥੇ।
मेरे ख्याल सर 1.027 समथिंग 0.5 1.2 0.2 to 1.4 approximate, sir. हाँ 1.2 1.4 ਫਰਮੀ 1.6 ਹੁੰਦਾ ਸ਼ਾਇਦ ਜੀ ਸਰ 6 ਕਿਸੇ ਤੱਕ ਕਿਤੇ ਜਾਂਦਾ 6 ਵੀ ਹੈਗਾ। ਹਾਂ 6 ਤੱਕ ਜਾਂਦਾ ਲੇਕਿਨ ਸਟੈਂਡਰਡ ਕੀ ਲੈਂਦੇ ਨੇ 1.4 ਲੈਂਦੇ ਨੇ ਸ਼ਾਇਦ। ਅਗਰ ਮੀਟਰ 'ਚ ਕਨਵਰਟ ਕਰਨਾ ਤੁਸੀਂ ਤਾਂ ਇਹਨੂੰ ਕਿਹਦੇ ਨਾਲ ਮਲਟੀਪਲਾਈ ਕਰ ਦਿਓ 10 ਦੀ ਪਾਵਰ -15 ਮੀਟਰ ਨਾਲ, ਮੀਟਰ 'ਚ ਆ ਜੂ ਤੁਹਾਡੇ ਕੋਲ। ਅੱਛਾ ਅਗਰ ਡੈਂਸਿਟੀ ਦੇਖਣੀ ਹੋਵੇ ਆਪਾਂ ਡੈਂਸਿਟੀ ਆਫ ਨਿਊਕਲੀਅਸ ਸਰ ਉਹ ਸਾਰਿਆਂ ਦੀ ਸੇਮ ਹੁੰਦੀ ਹੈ। ਸੇਮ ਹੁੰਦੀ ਹੈ ਠੀਕ ਹੈ ਲੇਕਿਨ ਕਿੰਨੀ 10 to ਸਰ power ਉਹ ਹੈਗਾ 17 m into a over 4/3 pi r ਸ਼ਾਇਦ ਆਏਗਾ। ਹਾਂ ਚਲੋ ਉਹ ਤਾਂ ਕੈਲਕੂਲੇਟ ਕਰਨਾ ਆਪਾਂ ਕੈਲਕੂਲੇਟ ਕਰਨਾ ਤਾਂ ਡੈਂਸਿਟੀ ਕਿਹਦੇ ਇਕੁਅਲ ਹੁੰਦਾ ਮਾਸ ਆਫ ਨਿਊਕਲੀਅਸ ਨਿਊਕਲੀਅਸ ਓਵਰ ਵੱਡੇ ਵੋਲਿਊਮ। ਵੋਲਿਊਮ ਮਾਸ ਆਫ ਨਿਊਕਲੀਅਸ ਕੀ ਹੁੰਦਾ ਸਾਡੇ ਕੋਲੇ ਸਰ ਅਸੀਂ ਇੱਥੇ ਜਿੰਨਾ m A ਆ a ਲਿਖ ਦਾਂਗੇ। m a ਲਿਖ ਕੇ ਸਾਰ ਲਾਂਗੇ ਸਰ ਪ੍ਰੋਟੋਨ ਦਾ ਨਿਊਟਰੋਨ ਸਾਈਜ਼ ਸੇਮ ਹੁੰਦਾ ਨਾ ਤਾਂ ਆਪਾਂ m into a ਲਿਖ ਲਾਂਗੇ। m ਕਾਮਨ ਮਾਸ ਲੈ ਲਾ ਐਵਰੇਜ ਮਾਸ ਲੈ ਲਾਂਗੇ। ਉਹ ਠੀਕ ਹੈ। ਅੱਛਾ ਇਹਦਾ ਆਪਾਂ ਜ਼ਰੂਰੀ ਨਹੀਂ ਹੈਗੀ ਕੈਲਕੂਲੇਸ਼ਨ ਕਰਨੀ ਆਪਾਂ ਸਿਰਫ ਮੇਨ ਜਿਹੜਾ ਨੰਬਰ ਆ ਉਹ ਯਾਦ ਰੱਖੋ ਤੁਸੀਂ। ਇਹਦਾ ਕੀ ਹੋਊਗਾ 2 into 10 ਦੀ ਪਾਵਰ 17 kg ਪਰ ਮੀਟਰ ਕਿਊਬ। ਆਹ ਨੰਬਰ ਬਾਰੇ ਸੋਚਿਓ ਜਰਾ। ਇੱਕ ਮੀਟਰ ਕਿਊਬ ਦੇ ਵਿੱਚ ਇੰਨਾ ਮਾਸ ਹੈ। ਬਲੈਕ ਹੋਲ ਸੋਚੇ ਨੇ ਕਦੇ ਕਿੱਥੋਂ ਬਣੇ ਨੇ? ਬਲੈਕ ਹੋਲ ਬਾਰੇ ਸੁਣਿਆ ਕਦੇ? ਹਾਂਜੀ ਸਰ। ਕੋਈ ਦੱਸ ਸਕਦਾ ਕਿਵੇਂ ਬਣਦਾ ਬਲੈਕ ਹੋਲ? ਸੋ ਜਦੋਂ ਕੋਈ ਸਟਾਰ ਹੈ ਉਹਦੀ ਡੈਥ ਹੁੰਦੀ ਹੈ ਤਾਂ ਸਟਾਰ ਕਾਫੀ ਸ਼ਰਿੰਕ ਕਰ ਜਾਂਦਾ ਹੈਗਾ ਜਿਵੇਂ ਨਿਊਟਰੋਨ ਸਟਾਰ ਤੋਂ ਬਾਅਦ ਲਾਸਟ ਜਿਹੜੀ ਹੁੰਦੀ ਹੈ ਬਲੈਕ ਹੋਲ ਦੀ ਆਉਂਦੀ ਹੈ ਉਦੋਂ ਜਿਹੜਾ ਨਿਊਕਲੀਅਸ ਹੈ ਜਾਂ ਕੋਰ ਆਫ ਦਾ ਸਟਾਰ ਕਹਿ ਸਕਦੇ ਹੋ ਕਾਫੀ ਸਾਰਾ ਡੈਂਸਡ ਹੁੰਦਾ ਹੈਗਾ ਤਾਂ ਉਹਦਾ ਮਾਸ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਉਹ ਸਪੇਸ ਨੂੰ ਵੀ ਬੈਂਡ ਕਰ ਦਿੰਦਾ ਤਾਂ ਲਾਈਟ escape ਨਹੀਂ ਹੁੰਦੀ ਇਸ ਕਰਕੇ ਉਹਨੂੰ ਬਲੈਕ ਹੋਲ ਕਹਿ ਦਿੰਦੇ ਤਾਂ ਬੇਸਿਕਲੀ ਉੱਥੇ ਗ੍ਰੈਵਿਟੀ ਪ੍ਰੋਬਲਮ ਕ੍ਰੀਏਟ ਕਰਦੀ ਆ ਕਿਉਂਕਿ ਇੰਨਾ ਮਾਸ ਇੰਨੀ ਛੋਟੀ ਜਗ੍ਹਾ 'ਚ ਇਕੱਠਾ ਹੋ ਜਾਣਾ ਇੰਨੀ ਜ਼ਿਆਦਾ ਡੈਂਸਿਟੀ ਤੇ ਮਾਸ ਨਾਲ ਕੀ ਕ੍ਰੀਏਟ ਹੁੰਦੀ ਹੈ ਗ੍ਰੈਵਿਟੀ ਤਾਂ ਉੱਥੇ ਬਲੈਕ ਹੋਲ ਕ੍ਰੀਏਟ ਹੋ ਜਾਂਦਾ ਇੱਕ ਸਾਰੇ ਨਿਊਕਲੀਅਸ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਰਾ ਮਾਸ ਇੱਕੋ ਜਗ੍ਹਾ ਤੇ ਇਕੱਠਾ ਤਾਂ ਜਿਹੜੀ ਗ੍ਰੈਵਿਟੀ ਆ ਤੁਹਾਨੂੰ ਪਤਾ ਹੀ ਹੈ ਫਿਰ ਗ੍ਰੈਵਿਟੀ ਜਿਹੜੀ ਰੌਸ਼ਨੀ ਆ ਉਹਨੂੰ ਵੀ ਆਪਣੇ 'ਚ ਖਿੱਚ ਲੈਂਦੀ ਆ ਕੋਈ ਵੀ ਚੀਜ਼ ਹੋਵੇ ਉਹਨੂੰ ਆਪਣੇ ਵੱਲ ਅਟਰੈਕਟ ਕਰਦੀ ਆ ਤਾਂ ਇਹ ਸੀ ਸਾਡੇ ਕੋਲ ਡੈਂਸਿਟੀ ਆਫ ਨਿਊਕਲੀਅਸ। ਇਸ ਤੋਂ ਬਾਅਦ ਇਸ ਤੋਂ ਬਾਅਦ ਸਰ ਮਾਸ ਡਿਫੈਕਟ ਹੀ ਕਰ ਸਕਦੇ ਹਾਂ ਆਪਾਂ ਮੇਰੇ ਖਿਆਲ। ਹਾਂ ਮਾਸ ਡਿਫੈਕਟ ਕਰਦੇ ਹਾਂ ਆਪਾਂ ਲੇਕਿਨ ਇੱਕ ਪਹਿਲਾਂ ਚੀਜ਼ ਸਟੇਬਿਲਿਟੀ ਆਫ ਨਿਊਕਲੀਅਸ। ਸਟੇਬਿਲਿਟੀ ਆਫ ਨਿਊਕਲੀਅਸ ਅੱਛਾ ਕੋਈ ਨਿਊਕਲੀਅਸ ਆ ਆਪਣੇ ਕੋਲੇ ਉਹਦੇ 'ਚ ਪ੍ਰੋਟੋਨ ਵੀ ਪਏ ਨੇ ਤੇ ਨਿਊਟਰੋਨ ਵੀ ਪਏ ਨੇ। ਪ੍ਰੋਟੋਨ ਤਾਂ ਆਪਣੇ ਇੱਕ ਦੂਜੇ ਨੂੰ ਰਿਪੈਲ ਕਰਦੇ ਹੁੰਦੇ ਨੇ ਤਾਂ ਨਿਊਕਲੀਅਸ ਇਕੱਠਾ ਕਿਵੇਂ ਰਹਿ ਪਾਉਂਦਾ? ਡਿਊ ਟੂ ਪਾਇਓਨਸ ਸਰ ਪਾਈ ਮੈਸਨਸ ਹੁੰਦੇ ਹੈਗੇ ਉਹਨਾਂ ਕਰਕੇ। ਹਾਂ ਠੀਕ ਆ ਲੇਕਿਨ ਤੁਸੀਂ ਮੈਨੂੰ ਅਗਰ ਫੋਰਸਿਸ ਦੀ ਲੈਂਗੁਏਜ ਦੇ ਵਿੱਚ ਦੱਸਣਾ ਹੋਵੇ ਫੋਰਸ ਦੀ ਲੈਂਗੁਏਜ ਦੇ ਵਿੱਚ ਸਰ ਉਹ ਬੋਸੋਨਸ ਨੇ ਔਰ ਸਟਰੋਂਗ ਇੰਟਰੈਕਟਿਵ ਫੋਰਸਿਸ ਨੇ। ਠੀਕ ਹੈ ਬੇਸਿਕਲੀ ਦੋ ਫੋਰਸਾਂ ਨੇ ਇੱਥੇ ਦੋ ਫੋਰਸਾਂ ਨੇ ਇੱਕ ਅਟਰੈਕਸ਼ਨ ਦੀ ਫੋਰਸ ਆ ਅੱਛਾ ਇੱਕ ਰਿਪਲਸ਼ਨ ਦੀ ਫੋਰਸ। ਇੱਕ ਕੀ ਹੈ ਰਿਪਲਸ਼ਨ ਦੀ ਫੋਰਸ। ਰਿਪਲਸ਼ਨ ਦੀ ਫੋਰਸ ਕਿਹਦੇ ਵਿੱਚ ਹੋਊਗੀ? ਪ੍ਰੋਟੋਨ ਤੇ ਪ੍ਰੋਟੋਨ ਦੇ ਵਿੱਚ। ਅੱਛਾ ਅਟਰੈਕਸ਼ਨ ਦੀ ਫੋਰਸ ਕਿਹਦੇ ਵਿੱਚ ਹੋਊਗੀ? ਸਾਰਿਆਂ 'ਚ ਸਰ ਪੀ ਦੀ ਐਨ ਨਾਲ ਵੀ ਪ੍ਰੋਟੋਨ ਹੋਏਗੀ। ਹਾਂ ਪ੍ਰੋਟੋਨ ਤੇ ਪ੍ਰੋਟੋਨ ਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਦੇ ਵਿੱਚ ਵੀ ਹੋਊਗੀ। ਠੀਕ ਹੈ ਤਾਂ ਚਾਰਾਂ ਪਾਰਟੀਕਲ ਦੇ ਵਿੱਚ ਆਪਸ ਦੇ ਵਿੱਚ ਅਟਰੈਕਸ਼ਨ ਦੀ ਫੋਰਸ ਹੋਊਗੀ। ਤਾਂ ਇੱਕ ਤੁਸੀਂ ਇੱਥੇ
ਕਰਵ ਯਾਦ ਰੱਖਣੀ ਆ ਤੁਹਾਨੂੰ, ਵੈਸੇ ਪਤਾ ਹੀ ਹੋਊ ਉਹਦੇ ਬਾਰੇ, ਪਰ ਫਿਰ ਵੀ ਐਕਸਪੈਰੀਮੈਂਟਲ ਡਾਟਾ ਆਪਾਂ ਨੂੰ ਕੀ ਕਹਿੰਦਾ, ਇੱਧਰ ਹੈਗਾ ਸਾਡੇ ਕੋਲੇ N, ਇੱਥੇ ਹੈਗਾ P ਐਟੋਮਿਕ ਨੰਬਰ। ਅਗਰ ਐਟੋਮਿਕ ਨੰਬਰ 20 ਆ, ਯਾਨੀ ਕਿ ਪ੍ਰੋਟੋਨ 20 ਨੇ, ਤਾਂ ਸਾਡੇ ਕੋਲੇ ਨਿਊਟਰੋਨ ਤੇ ਪ੍ਰੋਟੋਨ ਦੀ ਰੇਸ਼ੋ ਸੇਮ ਮਿਲਦੀ ਆ ਸਾਨੂੰ। ਜਿੰਨੇ ਨੰਬਰ ਆਫ ਨਿਊਟਰੋਨ ਓਨੇ ਹੀ ਨੰਬਰ ਆਫ ਪ੍ਰੋਟੋਨ, ਯਾਨੀ ਕਿ 20 ਨੰਬਰ ਐਟੋਮਿਕ ਨੰਬਰ ਤੱਕ 20 ਹੀ ਪ੍ਰੋਟੋਨ ਤੇ 20 ਹੀ ਨਿਊਟਰੋਨ। ਸੇਮ ਨੰਬਰ ਆਫ ਪ੍ਰੋਟੋਨ ਤੇ ਸੇਮ ਨੰਬਰ ਆਫ ਨਿਊਟਰੋਨ। ਦੇਖੋ, ਅਗਰ ਅਸੀਂ ਕਿਸੇ ਨਿਊਕਲੀਅਸ ਨੂੰ ਸਟੇਬਲ ਬਣਾਉਣਾ ਤਾਂ ਅਸੀਂ ਕੀ ਰੱਖਾਂਗੇ, ਇੱਕ ਪ੍ਰੋਟੋਨ ਇੱਕ ਨਿਊਟਰੋਨ, ਦੋ ਪਾਰਟੀਕਲ ਹੋ ਗਏ। ਫਿਰ ਦੋ ਅਸੀਂ ਚਾਰ ਰੱਖਣੇ ਨੇ ਤਾਂ ਇੱਕ ਪ੍ਰੋਟੋਨ ਲਵਾਂਗੇ, ਇੱਕ ਨਿਊਟਰੋਨ ਹੋਰ ਲੈ ਲਾਂਗੇ ਅਸੀਂ, ਠੀਕ ਹੈ। ਅਗਰ 6 ਲੈਣੇ ਨੇ ਅਸੀਂ ਇੱਕ ਪ੍ਰੋਟੋਨ ਹੋਰ ਲੈ ਲਾਂਗੇ, ਇੱਕ ਨਿਊਟਰੋਨ ਹੋਰ ਲੈ ਲਾਂਗੇ। ਯਾਨੀ ਕਿ ਇਹ ਰੇਸ਼ੋ ਕੀ ਚੱਲ ਰਹੀ ਹੈ ਸਾਡੇ ਕੋਲ, 1:1 ਦੀ ਰੇਸ਼ੋ ਚੱਲ ਰਹੀ ਹੈ। 3 ਪ੍ਰੋਟੋਨ ਨੇ 3 ਨਿਊਟਰੋਨ ਨੇ। ਇਹ ਕਦੋਂ ਤੱਕ ਚੱਲਦੀ ਆ, ਜਦੋਂ ਤੱਕ 20 ਸਾਡੇ ਕੋਲੇ ਪ੍ਰੋਟੋਨ ਨਹੀਂ ਹੋ ਜਾਂਦੇ, ਯਾਨੀ ਕਿ ਐਟੋਮਿਕ ਨੰਬਰ ਕੀ ਨਹੀਂ ਹੋ ਜਾਂਦਾ ਸਾਡੇ ਕੋਲੇ 20 ਤੱਕ ਸੇਮ ਰੇਸ਼ੋ ਚੱਲਦੀ ਹੈ। ਯਾਨੀ ਕਿ ਅਗਰ ਅਸੀਂ ਇੱਥੇ 20 ਕੀ ਰੱਖੀਏ ਪ੍ਰੋਟੋਨ ਤੇ 20 ਹੀ ਨਿਊਟਰੋਨ ਰੱਖੀਏ, ਤਾਂ ਜਿਹੜਾ ਨਿਊਕਲੀਅਸ ਬਣੂਗਾ ਉਹ ਨਿਊਕਲੀਅਸ ਸਟੇਬਲ ਹੋਊਗਾ। ਸਭ ਤੋਂ ਜ਼ਿਆਦਾ ਉਹ ਨਿਊਕਲੀਅਸ ਸਟੇਬਲ ਹੋਊਗਾ। ਅਗਰ ਅਸੀਂ ਇੱਕ ਵੀ ਪ੍ਰੋਟੋਨ ਘਟਾ ਦਈਏ ਜਾਂ ਨਿਊਟਰੋਨ ਘਟਾ ਦਈਏ ਤਾਂ ਨਿਊਕਲੀਅਸ ਸਟੇਬਲ ਨਹੀਂ ਰਹਿੰਦਾ। ਅੱਛਾ, ਅਗਰ ਅਸੀਂ ਪ੍ਰੋਟੋਨ ਜ਼ਿਆਦਾ ਰੱਖ ਲਈਏ ਨਿਊਟਰੋਨ ਘੱਟ ਰੱਖੀਏ, ਫਿਰ ਕੀ ਇਫੈਕਟ ਆਉਂਦਾ, ਕੋਈ ਦੱਸ ਸਕਦਾ? ਪਰ ਜੇ ਪ੍ਰੋਟੋਨ ਜ਼ਿਆਦਾ ਹੋਣਗੇ ਰਿਪਲਸ਼ਨ ਵੱਧ ਜਾਏਗੀ, ਨਿਊਕਲੀਅਸ ਅਨਸਟੇਬਲ ਹੋ ਜਾਏਗਾ। ਹਾਂ, ਤਾਂ ਨਿਊਕਲੀਅਸ ਟੁੱਟ ਜੂਗਾ। ਅਗਰ ਪ੍ਰੋਟੋਨ ਆ ਜਾਊ ਵੱਧ ਹੋ ਜਾਣਗੇ ਤਾਂ ਰਿਪਲਸ਼ਨ ਵੱਧ ਜੂਗੀ। ਲੇਕਿਨ ਅਗਰ ਨਿਊਟਰੋਨ ਵਧਾ ਦਈਏ ਤਾਂ ਉਹਦੇ ਤੋਂ ਚਾਰਜ ਨਹੀਂ ਹੁੰਦਾ, ਤਾਂ ਕੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ? ਨਿਊਟਰੋਨ ਵਧਾਉਣ ਨਾਲ ਵੀ ਪ੍ਰੋਬਲਮ ਕ੍ਰੀਏਟ ਹੋਊਗੀ। ਨਿਊਟਰੋਨ ਸਰ ਅਟਰੈਕਸ਼ਨ ਜ਼ਿਆਦਾ ਵਧਾ ਦੇਗਾ, ਉਹ ਜ਼ਿਆਦਾ ਸਟੇਬਲ ਕਰ ਦੇਗਾ। ਹਾਂ, ਜ਼ਿਆਦਾ ਸਟੇਬਲ ਨਹੀਂ ਕਰਦਾ, ਉਹ ਵੀ ਅਨਸਟੇਬਲ ਕਰ ਦੂਗਾ। ਹਾਂ, ਉਵੇਂ ਅਨਸਟੇਬਲ ਕਹਿ ਲਓ ਸਰ। ਹਾਂਜੀ, ਹਾਂ, ਅਨਸਟੇਬਲ ਕਰ ਦੂਗਾ ਉਹ ਵੀ। ਤਾਂ ਨਿਊਟਰੋਨ ਤੇ ਪ੍ਰੋਟੋਨ ਦੀ ਜਿਹੜੀ ਰੇਸ਼ੋ ਆ ਉਹ ਸੇਮ ਹੋਣੀ ਚਾਹੀਦੀ ਆ। ਕਿੱਥੇ ਤੱਕ? ਇਹ ਯਾਦ ਰੱਖਣਾ ਤੁਸੀਂ, N/P ਰੇਸ਼ੋ, N/P ਰੇਸ਼ੋ ਅਪ ਟੂ 20। ਐਟੋਮਿਕ ਨੰਬਰ Z ਇਜ਼ ਇਕੁਅਲ ਟੂ 20 ਤੱਕ ਕੀ ਹੋਣੀ ਚਾਹੀਦੀ ਆ? 1:1 ਦੀ ਰੇਸ਼ੋ ਹੋਣੀ ਚਾਹੀਦੀ ਹੈ। ਠੀਕ ਹੈ। ਇਸ ਤੋਂ ਬਾਅਦ ਇਹ ਐਕਸਪੈਰੀਮੈਂਟਲ ਡਾਟਾ, ਐਕਸਪੈਰੀਮੈਂਟ ਕਰਕੇ ਦੇਖਿਆ ਗਿਆ ਵੀ 1:1 ਦੀ ਰੇਸ਼ੋ ਤੱਕ ਹੁੰਦੀ ਹੈ 20 ਤੱਕ, ਜਿਹੜੇ ਮੋਸਟ ਸਟੇਬਲ ਨਿਊਕਲਾਈ ਨੇ। ਇਸ ਤੋਂ ਬਾਅਦ ਇਹ ਗੜਬੜ ਹੋਣੀ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਗੜਬੜ ਹੋਣੀ ਕੀ ਸ਼ੁਰੂ ਹੁੰਦੀ ਆ, ਇਹ ਅਗਰ ਲਾਈਨ ਨੂੰ ਅਸੀਂ ਸਿੱਧਾ ਲੈ ਜਾਈਏ ਐਵੇਂ, ਤਾਂ ਇੱਥੋਂ ਜਿਹੜਾ ਐਕਸਪੈਰੀਮੈਂਟਲ ਡਾਟਾ ਆਉਂਦਾ ਉਹ ਸਟੇਬਲ ਨਿਊਕਲੀਆਈ ਦਾ ਕੁਛ ਐਵੇਂ ਆਉਂਦਾ। ਆਹ ਜਿਹੜੀ ਕਰਵ ਪਹਿਲਾਂ ਸਿੱਧੀ ਸੀ, ਇਹ ਹੁਣ ਐਵੇਂ ਉੱਪਰ ਡਿਵੇਟ ਕਰਕੇ, ਇਸ ਸਟ੍ਰੇਟ ਲਾਈਨ ਤੋਂ ਡਿਵੇਟ ਕਰਕੇ, ਯਾਨੀ ਕਿ ਇਹ ਉੱਪਰ ਵੱਲ ਨੂੰ ਗਈ ਆ ਇੱਥੋਂ। ਯਾਨੀ ਕਿ ਨੰਬਰ ਆਫ ਨਿਊਟਰੋਨ ਹੁਣ ਆਪਾਂ ਨੂੰ ਜ਼ਿਆਦਾ ਚਾਹੀਦੇ ਨੇ। 20 ਤੋਂ ਬਾਅਦ ਨੰਬਰ ਆਫ ਨਿਊਟਰੋਨ ਆਪਾਂ ਨੂੰ ਜ਼ਿਆਦਾ ਚਾਹੀਦੇ ਨੇ ਇੱਕ ਸਟੇਬਲ ਨਿਊਕਲੀਆਈ ਰੱਖਣ ਲਈ। ਇਹ ਕੋਈ ਦੱਸ ਸਕਦਾ ਇਹਦਾ ਰੀਜ਼ਨ ਕੀ ਆ? ਸਰ 20 ਤੱਕ ਤਾਂ ਜਿਹੜੀ ਨਿਊਕਲੀਅਸ ਫੋਰਸ ਹੁੰਦੀ ਹੈਗੀ ਹੈ, ਉਹ ਜਿਹੜੀ ਰਿਪਲਸਿਵ ਫੋਰਸ ਹੈਗੀ ਹੈ ਤੇ ਜਿਹੜੀ ਅਟਰੈਕਟਿਵ ਫੋਰਸ ਉਹਨਾਂ 'ਚ, ਉਹ ਆਪਸ 'ਚ ਬੈਲੈਂਸ ਰਹਿੰਦੀਆਂ। ਪਰ ਅੱਗੇ ਜਾ ਕੇ ਜਿਵੇਂ ਜਿਵੇਂ ਪ੍ਰੋਟੋਨਸ ਵਧੀ ਜਾਂਦੇ ਹੈਗੇ ਆ, ਤਾਂ ਉਹਨੇ ਪ੍ਰੋਟੋਨਸ ਨੂੰ ਸੰਭਾਲਣ ਵਾਸਤੇ ਉਹਨੇ ਨਿਊਟਰੋਨਸ ਕਾਮਯਾਬ ਨਹੀਂ ਹੁੰਦੇਗੇ। ਤਾਂ ਇਸ ਕਰਕੇ ਆਪਾਂ ਅਟਰੈਕਸ਼ਨ ਨੂੰ ਡੋਮੀਨੇਟ ਕਰਨਾ ਹੁੰਦਾ, ਤਾਂ ਨਿਊਟਰੋਨਸ ਬਾਈ ਨੇਚਰ ਨਿਊਟਰੋਨਸ ਨਿਊਕਲੀਅਸ ਆਪਾਂ ਨੂੰ ਜ਼ਿਆਦਾ ਮਿਲਦੇ ਹੈਗੇ ਆ। ਵੈਲਿਊ ਆਫ ਸਟੇਬਿਲਿਟੀ ਆਪਾਂ ਕਹਿ ਦਿੰਦੇ ਹਾਂ ਇਸਨੂੰ। ਹਾਂ, ਲੇਕਿਨ ਇਹਦੇ 'ਚ ਮੇਨ ਰੋਲ ਕਿਹੜੀ ਚੀਜ਼ ਨਿਭਾਉਂਦੀ ਹੈ? ਅਟਰੈਕਸ਼ਨ ਦੀ ਫੋਰਸ ਤੇ ਰਿਪਲਸ਼ਨ ਦੀ ਫੋਰਸ, ਇਹਨਾਂ 'ਚ ਕੀ ਡਿਫਰੈਂਸ ਆ? ਪ੍ਰੋਬਲਮ ਕੀ ਹੁੰਦੀ ਹੈ 20 ਤੋਂ ਬਾਅਦ?
ਸਰ ਪ੍ਰੋਟੋਨ ਪ੍ਰੋਟੋਨ ਰਿਪਲਸ਼ਨ ਡੋਮੀਨੇਟ ਕਰਨ ਲੱਗ ਪੈਂਦੀ ਹੈ, ਕੂਲਮ ਰਿਪਲਸ਼ਨ ਜ਼ਿਆਦਾ ਹੋਣ ਲੱਗ ਪੈਂਦੀ ਹੈ ਐਜ਼ ਕੰਪੇਅਰ ਟੂ ਨਿਊਕਲੀਅਰ ਰਿਪਲਸ਼ਨ ਅਟਰੈਕਸ਼ਨ। ਹਾਂ ਉਹੀ ਪੁੱਛ ਰਿਹਾ, ਜ਼ਿਆਦਾ ਹੋਣ ਲੱਗ ਜਾਂਦੀ ਆ, ਇਹ ਤਾਂ ਫੈਕਟ ਹੈ। ਇਹਦਾ ਕੌਜ਼ ਕੀ ਆ, ਕਿਉਂ? ਕਿਉਂਕਿ ਸਰ ਸਾਈਜ਼ ਵੱਡਾ ਹੋਣ ਲੱਗ ਪੈਂਦਾ ਨਿਊਕਲੀਅਸ ਦਾ। ਹਾਂ ਸਾਈਜ਼ ਵੱਡਾ ਹੋਣ ਨਾਲ ਕੀ ਹੋਊਗਾ? ਵੀ ਕੂਲਮ ਫੋਰਸ ਹੈਗੀ ਉਹ ਕਾਫੀ ਛੋਟੇ ਸਾਈਜ਼ ਤੇ ਆਪਾਂ ਕਹਿ ਰਹੇ ਵੈਲਿਡ ਨਹੀਂ ਹੁੰਦੀ ਗੀ। ਜੇ ਉਹਨਾਂ ਡਿਸਟੈਂਸ ਦੋ ਨਿਊਕਲੀਅਨਸ ਵਿੱਚ ਬਹੁਤ ਘੱਟ ਹੋਵੇ ਫਿਰ ਉੱਥੇ ਕੂਲਮ ਫੋਰਸ ਡੋਮੀਨੇਟ ਨਹੀਂ ਕਰ ਸਕਦੀ। ਕੂਲਮ ਫੋਰਸ ਡੋਮੀਨੇਟ ਕਰਨ ਲਈ ਥੋੜਾ ਸਾਈਜ਼ ਵੱਡਾ, ਡਿਸਟੈਂਸ ਯਾਨੀ ਰੇਂਜ ਜ਼ਿਆਦਾ ਚਾਹੀਦੀ ਹੈਗੀ, ਉਹ ਵੱਡੇ ਨਿਊਕਲੀਅਸ ਉਹਨਾਂ ਨੂੰ ਮਿਲ ਜਾਂਦੀ ਹੈ। ਦੇਖੋ ਇੱਕ ਸਟੇਬਲ ਨਿਊਕਲੀਆਈ ਲਈ ਅਟਰੈਕਸ਼ਨ ਫੋਰਸ ਜਿਹੜੀ ਕਿ ਪ੍ਰੋਟੋਨ ਤੇ ਪ੍ਰੋਟੋਨ ਦੇ ਵਿੱਚ ਹੁੰਦੀ ਆ, ਇਕੁਅਲ ਹੋਣੀ ਚਾਹੀਦੀ ਹੈ ਰਿਪਲਸ਼ਨ ਫੋਰਸ ਦੇ, ਸੌਰੀ ਸਾਰੇ ਨਿਊਕਲੀਆਈ ਦੇ ਵਿੱਚ ਹੁੰਦੀ ਹੈ ਜਿਹੜੀ, ਕਿਹਦੇ ਇਕੁਅਲ ਹੋਣੀ ਚਾਹੀਦੀ ਹੈ? ਰਿਪਲਸ਼ਨ ਫੋਰਸ ਦੇ। ਇਹ ਹੁੰਦੀ ਹੈ ਪ੍ਰੋਟੋਨ ਤੇ ਪ੍ਰੋਟੋਨ ਦੇ ਵਿੱਚ। ਜਿਹੜੀ ਅਟਰੈਕਸ਼ਨ ਫੋਰਸ ਆ, ਅਟਰੈਕਸ਼ਨ ਫੋਰਸ ਕਿਹੜੀਆਂ ਹੋਣਗੀਆਂ ਸਾਡੇ ਕੋਲੇ? ਵੀਕ ਐਂਡ ਸਟਰੋਂਗ ਅਟਰੈਕਸ਼ਨ ਫੋਰਸ। ਇਹ ਕੀ ਹੁੰਦੀਆਂ ਨੇ? ਇਹਨਾਂ ਦੀ ਰੇਂਜ ਕੀ ਹੁੰਦੀ ਆ ਅਟਰੈਕਸ਼ਨ ਫੋਰਸਿਸ ਦੀ? ਇੱਥੇ ਇਹ ਨਿਊਕਲੀਅਰ ਰੇਂਜ ਹੀ ਹੁੰਦੀ ਹੈ ਇਹਨਾਂ ਦੀ। ਜਾਣੀ ਕਿ ਇਹਨਾਂ ਦਾ ਮੈਗਨੀਟਿਊਡ ਤਾਂ ਬਹੁਤ ਜ਼ਿਆਦਾ ਹੁੰਦਾ, ਲੇਕਿਨ ਇਹਨਾਂ ਦੀ ਰੇਂਜ ਕੀ ਹੁੰਦੀ ਆ? ਘੱਟ। ਇਹ ਨਿਊਕਲੀਅਸ ਤੋਂ ਬਾਹਰ ਨਹੀਂ ਲੱਗਦੀਆਂ, ਪਹਿਲੀ ਚੀਜ਼। ਦੂਸਰਾ ਇਹਨਾਂ ਦਾ ਕੁਝ ਰਿਲੇਸ਼ਨ ਹੁੰਦਾ 1/r³ ਨਾਲ ਜਾਂ 4 ਨਾਲ ਹੋਊਗਾ, 3 ਨਾਲ ਹੁੰਦਾ ਸ਼ਾਇਦ, ਠੀਕ ਹੈ। ਜਿਹੜੀ ਰਿਪਲਸ਼ਨ ਦੀ ਫੋਰਸ ਆ ਕੂਲਮ ਫੋਰਸ, ਇਹ ਹੁੰਦੀ ਆ 1/r²। ਇਹ ਤੁਸੀਂ ਜਾਣਦੇ ਹੋ। ਤਾਂ ਜਿਵੇਂ ਜਿਵੇਂ ਸਾਈਜ਼ ਵੱਧਦਾ, ਜਿਵੇਂ ਜਿਵੇਂ ਸਾਈਜ਼ ਵੱਧਦਾ ਤਾਂ ਆਰ ਇਨਕਰੀਜ਼ ਹੋ ਰਿਹਾ। ਆਰ ਇਨਕਰੀਜ਼ ਹੋਣ ਦੇ ਨਾਲ ਜਿਹੜੀ ਸਾਡੇ ਕੋਲੇ ਆਹ ਫੋਰਸ ਆ ਅਟਰੈਕਸ਼ਨ ਦੀ ਫੋਰਸ, ਇਹ ਜ਼ਿਆਦਾ ਘੱਟ ਹੋ ਜੂਗੀ। ਇਹ r³ ਨਾਲ ਜਾਂ 4 ਨਾਲ ਘੱਟ ਹੋਊਗੀ। ਇੱਥੇ ਜਿਹੜੀ ਸਾਡੇ ਕੋਲੇ ਕੂਲਮ ਫੋਰਸ ਆ ਇਹ r² ਨਾਲ ਘੱਟ ਹੋ ਰਹੀ ਆ, ਤਾਂ ਇਹ ਜਲਦੀ ਘੱਟ ਹੋ ਜਾਂਦੀ ਆ, ਇਹ ਹੌਲੀ ਹੌਲੀ ਘਟਦੀ ਆ। ਇਹ ਰੀਜ਼ਨ ਆ ਬੇਸਿਕਲੀ। ਤਾਂ ਇੱਥੇ ਇੱਕ ਬੈਲੈਂਸ ਵਿਗੜ ਜਾਂਦਾ। ਪਹਿਲਾਂ ਅਸੀਂ ਇਕੁਅਲ ਨੰਬਰ ਆਫ ਨਿਊਟਰੋਨ ਤੇ ਇਕੁਅਲ ਨੰਬਰ ਆਫ ਪ੍ਰੋਟੋਨ ਰੱਖਣੇ ਸੀ, ਲੇਕਿਨ ਜਿਵੇਂ ਜਿਵੇਂ ਸਾਈਜ਼ ਵੱਧਦਾ ਤਾਂ ਜਿਹੜੀ ਅਟਰੈਕਸ਼ਨ ਫੋਰਸ ਆ ਉਹਦੀ ਪਕੜ ਘਟਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹਦੀ ਰੇਂਜ ਖਤਮ ਹੋਣ ਲੱਗ ਗਈ, ਹੁਣ ਡਿਸਟੈਂਸ ਵਧਣ ਲੱਗ ਗਿਆ, ਤਾਂ ਸਾਨੂੰ ਜ਼ਿਆਦਾ ਨੰਬਰ ਆਫ ਨਿਊਟਰੋਨ ਵਧਾਉਣੇ ਪੈਂਦੇ। ਇਹ ਰੀਜ਼ਨ ਹੈ। ਇਹਦੇ 'ਚ ਕਿਸੇ ਨੂੰ ਡਾਊਟ ਹੋਵੇ? ਅੱਛਾ, ਇਹ ਕਰਵ ਦੇ ਵਿੱਚ ਇੱਥੇ ਤੱਕ ਤਾਂ n/p ਰੇਸ਼ੋ ਸੀ 1। ਇੱਥੇ ਜਿਹੜੀ n/p ਰੇਸ਼ੋ ਆ ਜਿਹੜੀ ਕਰਵ ਆ, ਇਹਦੀ ਜਿਹੜੀ n/p ਰੇਸ਼ੋ ਆ ਉਹ ਤੁਸੀਂ ਯਾਦ ਰੱਖਣੀ ਆ 1 ਤੋਂ ਲੈ ਕੇ 1.6 ਗ੍ਰੇਟਰ ਦੈਨ ਜਾਂ ਇਕੁਅਲ ਟੂ 1 ਤੋਂ ਲੈ ਕੇ 1.6 ਤੱਕ, ਇੱਥੇ ਵੀ ਇਕੁਅਲ ਟੂ। ਹੁਣ ਜਿਹੜੇ ਨਿਊਕਲੀਆਈ ਇੱਥੇ ਪਏ ਨੇ ਇਸ ਕਰਵ ਦੇ ਉੱਪਰ, ਇਹਨੂੰ ਕਹਿੰਦੇ ਨੇ ਸਟੇਬਿਲਿਟੀ ਕਰਵ। ਇਹਦਾ ਨਾਮ ਕੀ ਹੈ? ਸਟੇਬਿਲਿਟੀ ਕਰਵ। ਜਿਹੜੇ ਇਸ ਕਰਵ ਦੇ ਇੱਧਰਲੇ ਪਾਸੇ ਪਏ ਨੇ ਨਿਊਕਲੀਆਈ, ਮੰਨ ਲਓ ਇੱਥੇ ਪਿਆ, ਉਹਦੇ ਕੋਲ ਕਿਹੜੀ ਚੀਜ਼ ਵੱਧ ਹੋਊਗੀ? n ਵੱਧ ਹੋਊ ਜਾਂ p ਵੱਧ ਹੋਊਗਾ? ਲੈਫਟ ਹੈਂਡ ਸਾਈਡ ਤੇ n ਵੱਧ ਹੋਊਗਾ। n ਵੱਧ ਹੋਣਗੇ, ਠੀਕ ਹੈ। ਤਾਂ n ਵੱਧ ਨੇ ਤਾਂ n ਲੂਜ਼ ਕਰਨਾ ਚਾਹੂਗਾ, ਨੰਬਰ ਆਫ ਨਿਊਟਰੋਨ ਲੂਜ਼ ਕਰਨਾ ਚਾਹੂਗਾ। ਤਾਂ ਉਹ ਕੀ ਕਰੂਗਾ? ਨਿਊਟਰੋਨ ਲੂਜ਼ ਕਰੂਗਾ। ਮੰਨ ਲਾ ਇਹ ਆ ਸਾਡੇ ਕੋਲੇ ਨਿਊਟਰੋਨ ਇੱਕ ਲੂਜ਼ ਕਰਤਾ ਉਹਨੇ, ਤੇ ਕੀ ਕਰੂਗਾ? ਨਿਊਟਰੋਨ ਕਾਹਦੇ 'ਚ ਕਨਵਰਟ ਹੋ ਜਾਊਗਾ? ਪ੍ਰੋਟੋਨ ਦੇ ਵਿੱਚ। ਨਿਊਟਰੋਨ ਲੂਜ਼ ਕੀਤਾ ਤੇ ਨਿਊਟਰੋਨ ਕਾਹਦੇ 'ਚ ਕਨਵਰਟ ਹੋਇਆ? ਪ੍ਰੋਟੋਨ ਦੇ ਵਿੱਚ। ਤਾਂ ਉਹ ਇਸ ਕਰਵ ਤੇ ਆ ਗਿਆ।
ਤੁਸੀਂ ਦੱਸ ਸਕਦਾ ਕੋਈ ਨਿਊਟਰੋਨ ਜਦੋਂ ਪ੍ਰੋਟੋਨ ਦੇ ਵਿੱਚ ਕਨਵਰਟ ਹੁੰਦਾ ਤਾਂ ਕਿਹੜਾ ਡਿਕੇ ਹੁੰਦਾ ਉਹ? ਸਰ ਬੀਟਾ ਡਿਕੇ। ਬੀਟਾ ਡੀਕੇ, ਠੀਕ ਹੈ। ਬੀਟਾ ਦੇ ਵਿੱਚ ਵੀ ਦੋ ਹੁੰਦੇ ਨੇ, ਬੀਟਾ ਪਲੱਸ, ਬੀਟਾ ਮਾਈਨਸ। ਮਾਈਨਸ ਵਾਲਾ ਬੀਟਾ ਮਾਈਨਸ ਵਾਲਾ ਮਾਈਨਸ, ਹੋਏਗਾ ਸਰ। ਠੀਕ ਹੈ, ਬਿਲਕੁਲ ਠੀਕ ਹੈ। ਬੀਟਾ ਮਾਈਨਸ ਡੀਕੇ। ਅੱਛਾ, ਦੂਸਰੇ ਨੰਬਰ ਤੇ ਅਗਰ ਇੱਥੇ ਹੋਵੇ ਕੋਈ, ਉਹ ਪਲੱਸ ਹੋਏਗਾ ਸਰ, ਅਬਜ਼ੌਰਬ ਕਰੇਗਾ ਨਿਊਟਰੋਨ। ਹਾਂ, ਤਾਂ ਇੱਥੇ ਆਪਾਂ ਮੰਨ ਲੈਂਦੇ ਹਾਂ ਤਾਂ ਪਹਿਲਾਂ ਇੱਧਰ ਜਾਊਗਾ, ਇੱਕ ਪ੍ਰੋਟੋਨ ਲੂਜ਼ ਕਰੂਗਾ, ਫਿਰ ਉਹ ਉੱਪਰ ਚੜੂਗਾ ਇਸ ਫਲੋਟ। ਇੱਕ ਪ੍ਰੋਟੋਨ ਲੂਜ਼ ਕੀਤਾ ਉਹਨੇ ਤੇ ਪ੍ਰੋਟੋਨ ਕਾਹਦੇ 'ਚ ਕਨਵਰਟ ਹੋ ਗਿਆ? ਨਿਊਟਰੋਨ। ਤਾਂ ਉਹ ਕਿਹੜਾ ਡੀਕੇ ਹੋਊਗਾ? ਬੀਟਾ ਪੋਜ਼ਿਟਿਵ ਡੀਕੇ। ਹੋਰ ਕੋਈ ਵੀ ਹੋ ਸਕਦਾ ਇਸ ਤੋਂ ਇਲਾਵਾ? ਹੋਰ ਕੋਈ ਡੀਕੇ ਵੀ ਹੋ ਸਕਦਾ ਜਿਹਦੇ ਥਰੂ ਇਹ ਕਨਵਰਜ਼ਨ ਹੋ ਜੇ? प्रोटॉन तो न्यूट्रॉन बीटा पॉजिटिव टिके क्या है सर? ਹਾਂਜੀ, ਬੀਟਾ ਪੋਜ਼ਿਟਿਵ ਡੀਕੇ। ਪ੍ਰੋਟੋਨ ਨੂੰ ਅਗਰ ਨਿਊਟਰੋਨ 'ਚ ਕਨਵਰਟ ਕਰਨਾ। ਦੂਸਰਾ ਕੀ ਹੋ ਜੂ? ਅਲਫਾ ਡੀਕੇ। ਇਹ ਦੋ ਯਾਦ ਰੱਖਣੇ ਨੇ। ਥੱਲੇ ਉੱਪਰ ਜਾਣਾ ਕਰਵ ਦੇ ਉੱਪਰ ਤਾਂ ਬੀਟਾ ਪੋਜ਼ਿਟਿਵ ਤੇ ਅਲਫਾ ਡੀਕੇ। ਉੱਪਰੋਂ ਥੱਲੇ ਆਉਣਾ ਕਰਵ ਦੇ ਵਿੱਚ ਤਾਂ ਬੀਟਾ ਮਾਈਨਸ ਡੀਕੇ। ਜਦੋਂ ਉੱਪਰੋਂ ਥੱਲੇ ਆਉਂਦੇ ਆ ਤਾਂ NP ਰੇਸ਼ੋ ਨੂੰ ਆਪਾਂ ਘਟਾਉਂਦੇ ਆ, ਤੇ ਜਦੋਂ ਥੱਲੇ ਉੱਪਰ ਜਾਂਦੇ ਆ ਤਾਂ ਅਸੀਂ NP ਰੇਸ਼ੋ ਨੂੰ ਕੀ ਕਰਦੇ ਆ? ਵਧਾਉਂਦੇ ਆ। ਇਸ ਤੋਂ ਅੱਗੇ ਮੈਨੂੰ ਕੋਈ ਦੱਸ ਸਕਦਾ ਮਾਸ ਡਿਫੈਕਟ ਕੀ ਹੁੰਦਾ? ਸਰ ਇੰਡੀਵਿਜੂਅਲੀ ਪ੍ਰੋਟੋਨਸ ਤੇ ਨਿਊਟਰੋਨਸ ਦਾ ਮਾਸ ਜਿਹੜਾ ਹੈਗਾ ਉਹ ਨਿਊਕਲੀਅਸ ਦੇ ਮਾਸ ਨਾਲੋਂ ਜ਼ਿਆਦਾ ਹੁੰਦਾ ਹੈਗਾ। ਠੀਕ ਹੈ। ਜਾਂਦਾ ਕਿੱਥੇ ਆ ਮਾਸ? ਸਰ ਉਹ ਬਾਈਂਡ એનર્ਜੀ 'ਚ ਕਨਵਰਟ ਹੋ ਜਾਂਦਾ। ਜਦੋਂ ਨਿਊਟਰੋਨ ਦੇ ਪ੍ਰੋਟੋਨ ਨੂੰ ਇਕੱਠਾ ਕਰਦੇ ਹੈਗੇ ਤਾਂ ਉਹਨਾਂ ਨੂੰ ਬਾਈਂਡ ਹੋਣ ਵਾਸਤੇ ਕੁਝ એનર્ਜੀ ਦੀ ਲੋੜ ਹੁੰਦੀ ਹੈ, ਤਾਂ ਮਾਸ એનર્ਜੀ ਦੀ ਫਾਰਮ 'ਚ ਕਨਵਰਟ ਹੋ ਜਾਂਦਾ। E = mc ਸਕੇਅਰ ਦੇ ਫਾਰਮੂਲੇ ਦੇ ਅਕੋਰਡਿੰਗ ਅਸੀਂ એનર્ਜੀ ਫਾਈਂਡ ਕਰ ਸਕਦੇ ਹਾਂ। ਠੀਕ ਹੈ। ਤਾਂ ਅਗਰ ਅਸੀਂ ਲਿਖੀਏ ਮਾਸ ਡਿਫੈਕਟ, ਮਾਸ ਡਿਫੈਕਟ ਕਿਹਦੇ ਇਕੁਅਲ ਹੋਊਗਾ? ਅਸੀਂ ਅਗਰ 4 ਪਾਰਟੀਕਲ ਲਈਏ, 2 ਨਿਊਟਰੋਨ ਲੈ ਲਈਏ, 2 ਪ੍ਰੋਟੋਨ ਲੈ ਲਈਏ, ਅਸੀਂ ਇਹਨਾਂ ਦਾ ਵੇਟ ਕਰੀਏ, ਚਾਰਾਂ ਦਾ ਅਲੱਗ-ਅਲੱਗ ਵੇਟ ਕਰੀਏ ਤੇ ਇਹਨਾਂ ਦੇ ਚਾਰਾਂ ਦੇ ਵੇਟ ਨੂੰ ਜੋੜ ਦਈਏ। ਦੂਸਰੀ ਤਰਫ ਇਹਨਾਂ ਤੋਂ ਅਸੀਂ ਇੱਕ ਨਿਊਕਲੀਅਸ ਬਣਾਈਏ, ਮੰਨ ਲਓ ਨਿਊਕਲੀਅਸ ਬਣ ਗਿਆ, ਅਸੀਂ ਉਹਦਾ ਵੇਟ ਦੇਖੀਏ ਤਾਂ ਉਹ ਦੋਨੇ ਅਲੱਗ-ਅਲੱਗ ਹੋਣਗੇ। ਨਿਊਕਲੀਅਸ ਦਾ ਵੇਟ ਆ ਜਿਹੜਾ ਇਹਨਾਂ ਚਾਰਾਂ ਤੋਂ ਹੀ ਮਿਲ ਕੇ ਬਣਿਆ, ਉਹ ਥੋੜਾ ਜਿਹਾ ਘੱਟ ਹੋਊਗਾ, ਤੇ ਇਹਨਾਂ ਦਾ ਚਾਰਾਂ ਦਾ ਜਦੋਂ ਅਲੱਗ-ਅਲੱਗ ਵੇਟ ਕੀਤਾ ਸੀ ਅਸੀਂ, ਉਹ ਵੱਧ ਹੋਊਗਾ। ਤਾਂ ਜਦ ਨਿਊਕਲੀਅਸ ਬਣਦਾ ਤਾਂ ਵੇਟ ਘੱਟ ਕਿਉਂ ਜਾਂਦਾ? ਉਹ ਜਿਹੜਾ ਮਾਸ ਆ, ਉਹ ਸਾਨੂੰ ਪਤਾ ਇੱਕ એનર્ਜੀ ਦਾ ਫਾਰਮੂਲਾ E = mc²। ਤਾਂ ਉਹ ਮਾਸ ਕਾਹਦੇ 'ਚ ਕਨਵਰਟ ਹੋ ਜਾਂਦਾ? એનર્ਜੀ ਦੇ ਵਿੱਚ। ਉਹ એનર્ਜੀ ਆ ਜਿਹੜੀ, ਉਹ ਕਿਹੜੀ એનર્ਜੀ ਆ? ਉਹਨੂੰ ਕਹਿੰਦੇ ਨੇ ਬਾਈਂਡਿੰਗ એનર્ਜੀ। ਹੁਣ ਜਦ ਇਹ ਨਿਊਟਰੋਨ ਤੇ ਪ੍ਰੋਟੋਨ ਅਲੱਗ-ਅਲੱਗ ਪਏ ਸੀ, ਜਦ ਇੱਥੇ ਅਲੱਗ-ਅਲੱਗ ਪਏ ਨੇ, 2 ਨਿਊਟਰੋਨ ਪਏ ਨੇ, 2 ਪ੍ਰੋਟੋਨ ਪਏ ਨੇ, ਆਪਾਂ ਨਿਊਕਲੀਅਸ ਨਹੀਂ ਬਣਾਇਆ ਇਹਨਾਂ ਦਾ, ਤਾਂ ਇੱਥੇ ਕਿਹੜੀ-ਕਿਹੜੀ ਫੋਰਸ ਸੀ? ਕੋਈ ਦੱਸ ਸਕਦਾ ਇਹਨਾਂ 'ਚ? ਅਲੱਗ-ਅਲੱਗ ਪਏ ਨੇ ਜੀ, ਕਿਹੜੀਆਂ ਫੋਰਸਾਂ ਨੇ ਇਹਨਾਂ ਦੇ ਵਿੱਚ? Gravitational and nuclear. ਇੱਕ ਤਾਂ ਗ੍ਰੈਵਿਟੇਸ਼ਨਲ ਫੋਰਸ ਆ, ਦੂਸਰੀ ਹੈਗੀ ਇਲੈਕਟ੍ਰੋਮੈਗਨੈਟਿਕ ਫੋਰਸ, ਚਾਰਜ ਦੇ ਕਰਕੇ। ਠੀਕ ਹੈ, ਉਹ ਫੋਰਸ ਆ, ਕੂਲਮ ਫੋਰਸ ਕਹਿ ਰਹੇ ਹਾਂ ਜਿਹਨੂੰ ਆਪਾਂ। ਇਹ 2 ਫੋਰਸਿਸ ਨੇ। ਲੇਕਿਨ ਜਦ ਆਪਾਂ ਇਹਨਾਂ ਦਾ ਨਿਊਕਲੀਅਸ ਬਣਾ ਲੈਂਦੇ ਆ ਤਾਂ ਇੱਥੇ 2 ਫੋਰਸਾਂ ਹੋਰ ਆ ਜਾਂਦੀਆਂ ਨੇ। ਉਹ ਫੋਰਸਾਂ ਕਿਹੜੀਆਂ ਨੇ? ਸਟਰੋਂਗ ਨਿਊਕਲੀਅਰ ਫੋਰਸ, ਵੀਕ ਨਿਊਕਲੀਅਰ ਫੋਰਸ। ਇਹ ਜਿਹੜੀਆਂ ਫੋਰਸਾਂ ਨੇ ਇਹ ਪੈਦਾ ਕਿੱਥੋਂ ਹੁੰਦੀਆਂ ਨੇ? ਇਹ ਜਿਹੜੀ એનર્ਜੀ ਗਾਇਬ ਹੋਈ ਹੈ ਨਾ ਇੱਥੋਂ, ਇਹਦੇ 'ਚ ਹੀ ਪੈਦਾ ਹੁੰਦੀਆਂ ਨੇ। ਇਸ એનર્ਜੀ 'ਚੋਂ ਹੀ ਬਣਦੀਆਂ ਨੇ ਫੋਰਸਿਸ ਨਵੀਆਂ।
ਤਾਂ ਅਸੀਂ ਅਗਰ ਮਾਸ ਡਿਫੈਕਟ ਦੇਖੀਏ ਤਾਂ ਮਾਸ ਡਿਫੈਕਟ ਇੱਥੇ ਕੀ ਹੋਊਗਾ ਸਾਡੇ ਕੋਲੇ, ਮਾਸ ਆਫ protons plus mass of neutrons minus mass of nucleus. ਹਾਂ ਮਾਸ ਆਫ proton plus mass of neutron minus mass of nucleus। ਅੱਛਾ, ਅਗਰ ਮਾਸ ਦੇ ਫੈਕਟ ਨੂੰ ਮੈਂ ਚੇਂਜ ਕਰਨਾ ਹੋਵੇ, ਇਹ ਆ ਡੈਲਟਾ ਐਮ, ਇਹਨੂੰ એનર્ਜੀ 'ਚ ਚੇਂਜ ਕਰਨਾ ਹੋਵੇ ਤਾਂ ਕੀ ਕਰਾਂਗੇ? ਸਰ ਅਗਰ ਇਹ ਮਾਸ ਐਟੋਮਿਕ ਮਾਸ ਯੂਨਿਟ ਦੀ ਫਾਰਮ 'ਚ ਹੈ ਤਾਂ ਆਪਾਂ ਇਹਨੂੰ 931.25 ਮੈਗਾ ਇਲੈਕਟ੍ਰਿਕ ਵੋਲਟ ਨਾਲ ਮਲਟੀਪਲਾਈ ਕਰ ਦਾਂਗੇ। ਹਾਂ ਠੀਕ ਆ, ਲੇਕਿਨ ਅਗਰ ਅਸੀਂ ਇੱਥੇ એનર્ਜੀ ਡਿਫੈਕਟ ਪਤਾ ਕਰਨਾ ਹੋਵੇ ਜਾਂ ਫਿਰ ਜਿਹਨੂੰ ਕੀ ਕਹਿੰਦੇ ਹੁੰਦੇ ਆਪਾਂ ਕਿਊ, ਠੀਕ ਹੈ, ਤਾਂ ਇਹਨੂੰ ਕੀ ਕਰਾਂਗੇ ਅਸੀਂ ਡੈਲਟਾ ਐਮ ਨੂੰ ਸੀ ਸਕੇਅਰ ਨਾਲ ਮਲਟੀਪਲਾਈ ਕਰ ਦਾਂਗੇ, ਆ ਸਾਰੀ ਚੀਜ਼ ਨੂੰ ਸੀ ਸਕੇਅਰ ਨਾਲ ਮਲਟੀਪਲਾਈ ਕਰ ਦਾਂਗੇ। ਲੇਕਿਨ ਨਿਊਮੈਰੀਕਲੀ ਸੀ ਸਕੇਅਰ ਨਾਲ ਮਲਟੀਪਲਾਈ ਕਰਨ ਦੀ ਬਜਾਏ ਅਸੀਂ ਕੀ ਕਰਦੇ ਹਾਂ, ਇੱਥੇ ਅਗਰ ਇਹ ਮਾਸ ਹੈਗਾ AMU ਦੇ ਵਿੱਚ, ਐਟੋਮਿਕ ਮਾਸ ਯੂਨਿਟ ਦੇ ਵਿੱਚ, ਤਾਂ ਅਸੀਂ ਇਹਨੂੰ ਕਿਹਦੇ ਨਾਲ ਮਲਟੀਪਲਾਈ ਕਰ ਦਿੰਦੇ ਹਾਂ 931.5 ਮੈਗਾ ਇਲੈਕਟ੍ਰੋਨ ਵੋਲਟ ਦੇ ਵਿੱਚ। ਅੱਛਾ, ਅਗਰ ਕਿਸੇ ਨਿਊਕਲੀਅਸ ਨੂੰ ਅਸੀਂ ਤੋੜਨਾ ਤਾਂ ਕਿੰਨੀ એનર્ਜੀ ਦੇਣੀ ਪਊਗੀ? ਜਿੰਨੀ એનર્ਜੀ ਇਹਨਾਂ ਕੋਲ ਹੈ ਸਰ ਬਾਈਂਡਿੰਗ એનર્ਜੀ ਦੇ ਬਰਾਬਰ ਦੇਣੀ ਪਊਗੀ। ਠੀਕ ਹੈ, ਜਿੰਨੀ ਬਾਈਂਡਿੰਗ એનર્ਜੀ ਹੈ, ਆਹ ਕਿਊ ਵੈਲਿਊ ਹੈ ਜਿਹੜੀ, ਇਹ ਦੇਣੀ ਪਊਗੀ ਸਾਨੂੰ, ਇੱਥੇ ਪ੍ਰੋਵਾਈਡ ਕਰਨੀ ਪਊਗੀ ਉਸ ਨਿਊਕਲੀਅਸ ਨੂੰ, ਫਿਰ ਜਾ ਕੇ ਉਹ ਕਿਤੇ ਟੁੱਟੂਗਾ। ਅਗਰ ਅਸੀਂ ਇੱਥੇ ਬੀਟਾ ਡੀਕੇ ਦੇਖੀਏ ਤਾਂ ਬੀਟਾ ਡੀਕੇ ਦੋ ਤਰ੍ਹਾਂ ਦਾ ਹੁੰਦਾ। ਬੀਟਾ ਡੀਕੇ ਹੁੰਦਾ ਕਿਉਂ ਆ, ਰੀਜ਼ਨ ਕੀ ਹੈ ਇਹਦਾ? NP ਰੇਸ਼ੋ ਹੈ ਜਿਹੜੀ ਉਹ ਗੜਬੜ ਹੁੰਦੀ ਆ, ਠੀਕ ਹੈ, ਇਹਨੂੰ ਜਾਂ ਤਾਂ ਘਟਾਉਣਾ ਆਪਾਂ ਜਾਂ ਵਧਾਉਣਾ, ਸਟੇਬਿਲਿਟੀ ਕਰਵ ਤੇ ਲੈ ਕੇ ਆਉਣਾ ਇਹਨੂੰ, ਇਸ ਲਈ ਬੀਟਾ ਡੀਕੇ ਆਉਂਦਾ। ਜਦ ਨਿਊਟਰੋਨ ਤੇ ਪ੍ਰੋਟੋਨ ਰੇਸ਼ੋ ਆ ਉਹਦੇ 'ਚ ਜਦ ਗੜਬੜ ਪੈਦਾ ਹੋ ਜਾਂਦੀ ਆ ਉਦੋਂ ਬੀਟਾ ਡੀਕੇ ਹੁੰਦਾ, ਜਦ ਨਿਊਕਲੀਆਈ ਅਨਸਟੇਬਲ ਹੋ ਜਾਂਦਾ। ਤਾਂ ਦੋ ਤਰ੍ਹਾਂ ਦਾ ਹੁੰਦਾ, ਬੀਟਾ ਮਾਈਨਸ ਡੀਕੇ, ਬੀਟਾ ਪੋਜ਼ਿਟਿਵ ਡੀਕੇ। ਬੀਟਾ ਮਾਈਨਸ ਵਿੱਚ ਕੀ ਹੁੰਦਾ ਸਾਡੇ ਕੋਲ ਪੈਦਾ ਇੱਥੇ? ਇਲੈਕਟ੍ਰੋਨ, ਠੀਕ ਹੈ। ਬੀਟਾ ਪੋਜ਼ਿਟਿਵ ਡੀਕੇ ਦੇ ਵਿੱਚ ਕੀ ਹੁੰਦਾ ਸਾਡੇ ਕੋਲ? ਪੋਜ਼ਿਟਰੋਨ। ਬੀਟਾ ਮਾਈਨਸ ਡੀਕੇ ਨੂੰ ਅਗਰ ਮੈਂ ਇੱਥੇ ਲਿਖਾਂ ਤਾਂ ਸਾਡੇ ਕੋਲ ਕੀ ਹੋਊਗਾ? ਇਲੈਕਟ੍ਰੋਨ ਔਰ ਪੋਜ਼ਿਟਰੋਨ। ਹਾਂਜੀ, ਇਲੈਕਟ੍ਰੋਨ ਔਰ ਪੋਜ਼ਿਟਰੋਨ ਦਾ ਸਰ ਉਹ E ਦੇ ਉੱਪਰ ਪਲੱਸ ਪਾਉਣਾ ਸੀ ਨਾ, ਤਾਂ ਕਹਿੰਦੇ ਹੋਣਗੇ। ਹਾਂ ਪੋਜ਼ਿਟਰੋਨ ਦੇ ਉੱਪਰ ਹੀ ਪਲੱਸ ਆਊਗਾ ਨਾ। ਜਨਰਲੀ ਨਾ ਉਹ ਰਾਈਟ ਹੈਂਡ ਸਾਈਡ ਤੇ ਪਾਇਆ ਹੁੰਦਾ ਨਾ, ਸ਼ਾਇਦ ਤਾਂ ਭੁਲੇਖਾ ਪੈਂਦਾ ਹੋਏਗਾ। ਅੱਛਾ, ਹੁਣ ਠੀਕ ਹੈ। ਹੁਣ ਦੇਖੋ ਬੀਟਾ ਮਾਈਨਸ ਡੀਕੇ ਦੇ ਵਿੱਚ ਕੀ ਹੁੰਦਾ, ਸਾਡੇ ਕੋਲ ਇੱਕ ਪੇਰੈਂਟ ਨਿਊਕਲੀਆਈ ਆ, ਇਹ ਕਾਹਦੇ 'ਚ ਟੁੱਟਦਾ ਸਾਡੇ ਕੋਲੇ? ਇੱਕ ਤਾਂ ਇੱਥੇ ਨਿਕਲਦਾ ਸਾਡੇ ਕੋਲ ਇਲੈਕਟ੍ਰੋਨ। ਇਲੈਕਟ੍ਰੋਨ ਦਾ ਮਾਸ ਨੰਬਰ ਕਿੰਨਾ? 0। ਇਲੈਕਟ੍ਰੋਨ ਦਾ ਮਾਸ 0 ਹੀ ਲੈ ਕੇ ਚੱਲਦੇ ਹਾਂ ਅਸੀਂ ਤਕਰੀਬਨ, ਠੀਕ ਆ, ਬਹੁਤ ਘੱਟ ਹੁੰਦਾ ਮਾਸ ਐਜ਼ ਕੰਪੇਅਰ ਟੂ ਅਦਰ ਨਿਊਕਲੀਓਨ ਦੇ ਮੁਕਾਬਲੇ। ਤੇ ਚਾਰਜ ਕਿੰਨਾ ਹੁੰਦਾ ਇੱਥੇ? -1। ਥੱਲੇ ਕੀ ਲਿਖਦੇ ਹੁੰਦੇ ਆਪਾਂ? ਚਾਰਜ। ਇਸ ਲਈ ਇੱਥੇ ਕੀ ਲਿਖਿਆ ਹੋਇਆ? -1। Z ਕੀ ਹੁੰਦਾ? ਚਾਰਜ, ਤੇ ਉੱਪਰੋਂ ਦਾ ਐਟੋਮਿਕ ਮਾਸ, ਇਹ ਲਿਖਿਆ 0।
ਪਲੱਸ ਇੱਥੇ ਕੀ ਆਜੂ ਸਾਡੇ ਕੋਲੇ ਪੇਰੈਂਟ ਨਿਊਕਲੀਆਈ ਆ, ਇੱਥੇ ਕੀ ਆਊ ਡਾਟਰ ਨਿਊਕਲੀਅਸ। ਨਾਲ ਕੀ ਆਊ ਸਾਡੇ ਕੋਲੇ ਨਿਊਟਰੀਨੋ, ਐਂਟੀ ਨਿਊਟਰੀਨੋ। ਨਾਲ ਕੀ ਆ ਗਿਆ ਸਾਡੇ ਕੋਲੇ ਐਂਟੀ ਨਿਊਟਰੀਨੋ। ਇਹਦੀ ਐਗਜ਼ਾਮਪਲ ਕੀ ਆ C614 ਕਾਹਦੇ ਚ ਕਨਵਰਟ ਹੋ ਗਿਆ, ਇੱਕ ਇਲੈਕਟ੍ਰੋਨ ਨਿਕਲਿਆ ਸਾਡੇ ਕੋਲੇ N714 ਪਲੱਸ ਐਂਟੀ ਨਿਊਟਰੀਨ। ਆ ਜਿਹੜਾ ਇਲੈਕਟ੍ਰੋਨ ਨਿਕਲਿਆ ਇਹਨੇ ਮਾਈਨਸ ਬੀਟਾ ਪਾਰਟੀਕਲ ਕਹਿੰਦੇ ਨੇ, ਇਹਨੇ ਬੀਟਾ ਪਾਰਟੀਕਲ ਕਹਿੰਦੇ ਨੇ। ਐਕਚੁਅਲੀ ਇੱਥੇ ਕਨਵਰਜ਼ਨ ਕੀ ਹੋ ਰਹੀ ਆ, ਇੰਟਰਨਲ ਕਨਵਰਜ਼ਨ ਕੀ ਆ ਇੱਥੇ ਅਗਰ ਤੁਸੀਂ ਦੇਖੋ ਤਾਂ ਜਿਹੜਾ ਪੇਰੈਂਟ ਨਿਊਕਲੀਆਈ ਆ ਤੇ ਡਾਟਰ ਨਿਊਕਲੀਆਈ ਆ, ਇਹਨਾਂ ਦਾ ਅਟੋਮਿਕ ਨੰਬਰ ਆ ਜਿਹੜਾ ਸਾਡੇ ਕੋਲੇ 6, ਇੱਥੇ ਆ 7, ਤਾਂ ਅਟੋਮਿਕ ਨੰਬਰ ਇੱਕ ਅਪ ਹੋ ਗਿਆ, ਵੱਧ ਗਿਆ। ਯਾਨੀ ਕਿ ਕੀ ਚੀਜ਼ ਇੱਥੇ ਇਨਕਰੀਜ਼ ਹੋ ਗਈ, ਨੰਬਰ ਆਫ ਪ੍ਰੋਟੋਨ, ਨੰਬਰ ਆਫ ਪ੍ਰੋਟੋਨ 6 ਤੋਂ 7 ਹੋ ਗਏ। ਯਾਨੀ ਕਿ ਕਨਵਰਜ਼ਨ ਕਾਹਦੇ ਚ ਹੋ ਰਹੀ ਆ ਸਾਡੇ ਕੋਲੇ ਇੱਥੇ ਨਿਊਟਰੋਨ ਟੂ ਪ੍ਰੋਟੋਨ, ਨਿਊਟਰੋਨ ਟੂ ਪ੍ਰੋਟੋਨ ਹੋ ਰਹੀ ਹੈ। ਨਿਊਟਰੋਨ ਟੂ ਪ੍ਰੋਟੋਨ ਕਨਵਰਜ਼ਨ ਹੋਈ। ਨਿਊਟਰੋਨ ਦਾ ਅਟੋਮਿਕ ਮਾਸ ਚਾਰਜ ਕਿੰਨਾ ਹੁੰਦਾ ਨਿਊਟਰੋਨ ਤੇ 0, ਅਟੋਮਿਕ ਮਾਸ ਕਿੰਨਾ ਹੁੰਦਾ 1। ਪ੍ਰੋਟੋਨ ਤੇ ਨਿਊਕਲੀਅਰ ਚਾਰਜ ਸਾਡੇ ਕੋਲੇ ਹੁੰਦਾ 1 + 1 ਤੇ ਅਟੋਮਿਕ ਮਾਸ ਇਹਦਾ ਵੀ 1 ਹੁੰਦਾ। ਤਾਂ ਇੱਥੇ ਦੋਨੇ ਚੀਜ਼ਾਂ ਬੈਲੈਂਸ ਕਰਨੀਆਂ ਨੇ ਅਸੀਂ, ਚਾਰਜ ਵੀ ਬੈਲੈਂਸ ਹੋਣਾ ਚਾਹੀਦਾ, ਨਿਊਕਲੀਅਰ ਮਾਸ ਵੀ ਬੈਲੈਂਸ ਹੋਣਾ ਚਾਹੀਦਾ, ਅਟੋਮਿਕ ਮਾਸ। ਤੇ ਇੱਥੇ ਕੀ ਪੈਦਾ ਹੁੰਦਾ ਸਾਡੇ ਕੋਲੇ ਇਲੈਕਟ੍ਰੋਨ। ਇਲੈਕਟ੍ਰੋਨ ਦੇ ਚਾਰਜ ਕਿੰਨਾ -1 ਤੇ ਅਟੋਮਿਕ ਮਾਸ ਕਿੰਨਾ 0। ਦੇਖੋ A ਵੀ ਬੈਲੈਂਸ ਹੋ ਗਿਆ, Z ਵੀ ਬੈਲੈਂਸ ਹੋ ਗਿਆ। ਇੱਧਰ Z ਕਿੰਨਾ 0 +1 ਹੈ, ਇੱਧਰ ਇੱਥੇ -1 ਆ, ਇਹ ਵੀ 0 ਹੋ ਗਿਆ, ਇੱਧਰ ਵੀ 0। ਇਹ ਨਿਊਕਲੀਅਰ ਰਿਐਕਸ਼ਨ ਦੇ ਵਿੱਚ ਚਾਰਜ ਵੀ ਤੁਹਾਨੂੰ ਮੈਂ ਦੱਸਿਆ ਸੀ, ਚਾਰਜ ਕੰਜ਼ਰਵੇਸ਼ਨ ਹੋਣੀ ਚਾਹੀਦੀ ਹੈ ਤੇ ਮਾਸ ਕੰਜ਼ਰਵੇਸ਼ਨ ਵੀ। ਇੱਥੇ 1 ਹੈ, ਇੱਥੇ ਵੀ 1 ਹੈ ਤੇ ਮਾਸ ਵੀ ਕੰਜ਼ਰਵਡ ਹੈ ਇੱਥੇ। ਤੇ ਇਹ ਨਿਊਕਲੀਅਰ ਰਿਐਕਸ਼ਨ ਹੋਈ ਹੈ ਇੱਥੇ। ਦੂਸਰੀ ਤਰਫ ਅਗਰ ਬੀਟਾ ਪੋਜ਼ਿਟਿਵ ਡੀਕੇ ਦੇ ਵਿੱਚ ਦੇਖੀਏ ਅਸੀਂ, ਬੀਟਾ ਪੋਜ਼ਿਟਿਵ ਡੀਕੇ ਦੇ ਵਿੱਚ ਸਾਡੇ ਕੋਲ ਇੱਥੇ ਪੇਰੈਂਟ ਨਿਊਕਲੀਆਈ ਆ, ਇਹ ਕਾਹਦੇ ਚ ਕਨਵਰਟ ਹੋਊਗਾ ਇੱਥੇ ਇੱਕ ਪੋਜ਼ਿਟਰੋਨ ਆਊਗਾ +1 ਚਾਰਜ, 0 ਅਟੋਮਿਕ ਮਾਸ, +Y Z -1 A ਪਲੱਸ ਨਿਊਟਰੀਨੋ। ਹੁਣ ਇੱਥੇ ਕੀ ਆ ਸਾਡੇ ਕੋਲ ਅਟੋਮਿਕ ਨੰਬਰ ਘਟ ਗਿਆ, ਯਾਨੀ ਕਿ ਅਟੋਮਿਕ ਨੰਬਰ ਦਾ ਘਟਣ ਦਾ ਮਤਲਬ ਇਹ ਹੁੰਦਾ ਕਿ ਪ੍ਰੋਟੋਨ ਲੈਸ ਹੋ ਗਏ। ਇਹਦੀ ਐਗਜ਼ਾਮਪਲ ਦੇਖਦੇ ਹਾਂ ਆਪਾਂ। ਇੱਕ ਸਾਡੇ ਕੋਲ ਨਾਈਟ੍ਰੋਜਨ ਇਲੈਕਟ੍ਰੋਨ ਹੋਊਗਾ ਇੱਥੋਂ ਇੱਕ ਪੈਦਾ, ਤੇ ਕਾਰਬਨ 6 12 ਪਲੱਸ ਨਿਊਟਰੋਨ ਪਲੱਸ ਐਨਰਜੀ। ਇਹ ਵੀ ਐਗਜ਼ਾਮਪਲ ਸਾਡੇ ਕੋਲ। ਹੁਣ ਦੇਖੋ ਤੁਸੀਂ ਇੱਥੇ 7 ਪ੍ਰੋਟੋਨ ਸੀ, ਕੀ ਰਹਿ ਗਏ 6 ਰਹਿ ਗਏ, ਯਾਨੀ ਕਿ ਪ੍ਰੋਟੋਨ 7 ਤੋਂ 6 ਰਹਿ ਗਏ। ਯਾਨੀ ਕਿ ਪ੍ਰੋਟੋਨ ਕਾਹਦੇ ਚ ਕਨਵਰਟ ਹੋ ਰਹੇ ਨੇ ਇੱਥੇ ਨਿਊਟਰੋਨ ਤੇ। ਪ੍ਰੋਟੋਨ ਦੇ ਉੱਤੇ ਅਟੋਮਿਕ ਮਾਸ ਕਿੰਨਾ ਹੁੰਦਾ 1, ਚਾਰਜ ਕਿੰਨਾ ਹੁੰਦਾ 1, ਇਹਦੇ ਉੱਤੇ 0 ਹੁੰਦਾ, ਇਹਦੇ ਉੱਤੇ ਹੁੰਦਾ 1। ਹੁਣ ਮੈਨੂੰ ਦੱਸੋ ਇੱਥੇ ਆਪਾਂ ਇਲੈਕਟ੍ਰੋਨ ਰੱਖਾਂਗੇ ਤਾਂ ਪੋਜ਼ਿਟਰੋਨ ਬੈਲੈਂਸ ਕਰਨ ਲਈ, ਚਾਰਜ ਕੰਜ਼ਰਵੇਸ਼ਨ ਲਈ ਪੋਜ਼ਿਟਰੋਨ ਦੇ ਨਾਲ ਬਿਲਕੁਲ ਨਿਕਲ ਜਾਏਗਾ। ਹਾਂ, ਪੋਜ਼ਿਟਰੋਨ ਦੇ ਨਾਲ ਚਾਰਜ ਕੰਜ਼ਰਵ ਹੋ ਜਾਊਗਾ। ਤਾਂ ਪੋਜ਼ਿਟਰੋਨ ਕਿੱਥੇ ਯੂਜ਼ ਕਰਨਾ, ਇਲੈਕਟ੍ਰੋਨ ਕਿੱਥੇ ਯੂਜ਼ ਕਰਨਾ, ਇਹ ਡਿਪੈਂਡ ਕਾਹਦੇ ਤੇ ਕਰਦਾ, ਚਾਰਜ ਕੰਜ਼ਰਵੇਸ਼ਨ ਤੇ। ਚਾਰਜ ਕੰਜ਼ਰਵੇਸ਼ਨ ਲਈ ਹੀ ਬੀਟਾ ਪੋਜ਼ਿਟਿਵ ਡੀਕੇ ਦੇ ਵਿੱਚ ਇੱਥੇ ਪੋਜ਼ਿਟਰੋਨ ਯੂਜ਼ ਹੁੰਦਾ। ਤੇ ਨਾਲ ਕੀ ਹੋ ਗਿਆ ਸਾਡੇ ਕੋਲੇ ਨਿਊਟਰੀਨੋ। ਇਹ ਚੀਜ਼ ਆ ਗਈ। ਹੁਣ ਅਗਰ ਅਸੀਂ ਦੇਖੀਏ ਕਿ ਬੀਟਾ ਪੋਜ਼ਿਟਿਵ ਡੀਕੇ ਆ ਚਾਹੇ ਬੀਟਾ ਨੈਗੇਟਿਵ ਡੀਕੇ ਆ, ਇਹ ਦੋਨੇ ਕਿਹੜੀ ਇੰਟਰੈਕਸ਼ਨ ਦੇ ਥਰੂ ਹੁੰਦੇ ਨੇ, ਇਹ ਦੱਸ ਸਕਦਾ ਮੈਨੂੰ? ਇੰਟਰੈਕਸ਼ਨ ਕਿਹੜੀ ਹੁੰਦੀ ਹੈ ਇਹਦੇ ਚ? ਵੀਕ ਇੰਟਰੈਕਸ਼ਨ ਹੈ ਸਰ ਇਹ। ਬਿਲਕੁਲ ਠੀਕ ਆ। ਤਾਂ ਇੱਥੇ ਵੀਕ ਇੰਟਰੈਕਸ਼ਨ ਆ, ਇਹ ਯਾਦ ਰੱਖਣਾ ਹਮੇਸ਼ਾ, ਵੀਕ ਇੰਟਰੈਕਸ਼ਨ ਦੇ ਥਰੂ
ਇਹ ਡੀਕੇ ਹੁੰਦਾ। ਦੂਸਰੀ ਗੱਲ, ਜਿੱਥੇ ਵੀ ਤੁਹਾਨੂੰ ਨਿਊਟਰੀਨੋ ਦਿਖ ਜਾਣ, ਜਿੱਥੇ ਵੀ ਨਿਊਟਰੀਨੋ ਪਏ ਹੋਣ, ਉਹਦੇ ਵਿੱਚ ਵੀਕ ਇੰਟਰੈਕਸ਼ਨ ਹੀ ਹੁੰਦੀ ਹੈ ਜ਼ਿਆਦਾਤਰ। ਕਿਉਂਕਿ ਉਹ ਲੈਪਟੌਨਸ ਹੁੰਦੇ ਆ ਨਾ, ਹਾਂਜੀ, ਤੇ ਲੈਪਟੌਨਸ 'ਚ ਵੀਕ ਇੰਟਰੈਕਸ਼ਨ ਹੁੰਦੀ ਹੈ। ਕਿਵੇਂ ਕਹਿ ਰਹੇ ਹੋ ਤੁਸੀਂ? ਲੈਪਟਾਪ ਦੇ ਵਿੱਚ ਵੀਕ ਲੈਪਟੌਨਸ ਦੇ ਵਿੱਚ ਵੀਕ ਇੰਟਰੈਕਸ਼ਨ ਹੁੰਦੀ ਹੈ ਨਾ ਸਰ। ਲੈਪਟਾਪ ਦੇ ਵਿੱਚ ਹਾਂਜੀ ਸਰ, ਸਟਾਰਟਿੰਗ ਤੇ ਆਪਾਂ ਇਹੀ ਕੀਤਾ ਸੀ ਨਾ, ਹੈਡਰੋਨ ਤੇ ਇਲੈਕਟ੍ਰੋਨ ਵਿੱਚੋਂ ਜਿਹੜੇ ਹੈਡਰੋਨਸ ਹੁੰਦੇ ਹੈਗੇ ਆ, ਉਹਨਾਂ ਦੀ ਹਾਂ, ਠੀਕ ਠੀਕ ਸਟਰੋਂਗ ਠੀਕ ਹੁੰਦੀ ਠੀਕ ਹੈ। ਠੀਕ ਠੀਕ ਹੈ, ਹਾਂਜੀ ਹਾਂਜੀ। ਹੁਣ ਇੱਥੇ ਇੱਕ ਚੀਜ਼ ਕੰਜ਼ਰਵ ਨਹੀਂ ਹੁੰਦੀ, ਉਹ ਦੱਸ ਸਕਦਾ ਕਿਹੜੀ ਚੀਜ਼ ਕੰਜ਼ਰਵ ਨਹੀਂ ਹੁੰਦੀ ਬੀਟਾ ਡੀਕੇ ਦੇ ਵਿੱਚ ਜਾਂ ਵੀਕ ਇੰਟਰੈਕਸ਼ਨ ਦੇ ਵਿੱਚ? ਪੈਰਿਟੀ, ਪੈਰਿਟੀ ਵਾਇਲੇਸ਼ਨ ਹੁੰਦੀ ਹੈ। ਵੀਕ ਇੰਟਰੈਕਸ਼ਨ ਦੇ ਵਿੱਚ ਜਾਂ ਫਿਰ ਬੀਟਾ ਡੀਕੇ ਦੇ ਵਿੱਚ ਪੈਰਿਟੀ ਵਾਇਲੇਟ ਹੁੰਦੀ ਹੈ, ਇਹ ਕੰਜ਼ਰਵ ਨਹੀਂ ਹੁੰਦੀ। ਅਦਰਵਾਈਜ਼ ਰਿਐਕਸ਼ਨ ਦੇ ਵਿੱਚ ਪੈਰਿਟੀ ਕੰਜ਼ਰਵ ਹੋਣੀ ਚਾਹੀਦੀ ਹੈ, ਲੇਕਿਨ ਬੀਟਾ ਡੀਕੇ ਦੇ ਵਿੱਚ ਜਾਂ ਵੀਕ ਇੰਟਰੈਕਸ਼ਨ ਦੇ ਵਿੱਚ ਪੈਰਿਟੀ ਕੰਜ਼ਰਵ ਨਹੀਂ ਹੁੰਦੀ। ਇੱਕ ਆਪਾਂ ਕੀਤੀ ਸੀ ਸਟ੍ਰੇਂਜਨੈਸ ਨੰਬਰ, ਇਹ ਸ਼ਾਇਦ ਕੰਜ਼ਰਵ ਹੁੰਦਾ ਇਹਦੇ ਚ, ਇਹ ਨਹੀਂ ਚੈੱਕ ਕਰਦਾ। ਪੈਰਿਟੀ ਦੀ ਗੱਲ ਕਰ ਰਹੇ ਆਪਾਂ, ਪੈਰਿਟੀ ਵਾਇਲੇਸ਼ਨ। ਜਿਹੜਾ ਇੱਥੇ ਸਾਡੇ ਕੋਲੇ ਨਿਊਟਰੀਨੋ ਆ ਤੇ ਐਂਟੀ ਨਿਊਟਰੀਨੋ, ਇਹਨਾਂ ਦੋਨਾਂ ਦੇ ਵਿੱਚ ਪੈਰਿਟੀ ਕੰਜ਼ਰਵ ਨਹੀਂ ਹੈਗੀ। ਪੈਰਿਟੀ ਕੰਜ਼ਰਵ ਦਾ ਮਤਲਬ ਕੀ ਹੁੰਦਾ? ਮੈਂ ਤੁਹਾਨੂੰ ਦੱਸਿਆ ਸੀ ਵੀ ਪੈਰਿਟੀ ਜਦ ਆਪਾਂ ਦੇਖਦੇ ਆਪਾਂ ਕੀ ਕਰਦੇ ਹੁੰਦੇ ਆ, ਐਕਸ ਵਾਈ ਤੇ ਜ਼ੈਡ ਕੋਆਰਡੀਨੇਟਸ ਨੂੰ ਚੇਂਜ ਕਰਦੇ ਆ, ਮਾਈਨਸ ਐਕਸ ਦੇ ਵਿੱਚ, ਮਾਈਨਸ ਵਾਈ ਦੇ ਵਿੱਚ, ਮਾਈਨਸ ਜ਼ੈਡ ਦੇ ਵਿੱਚ। ਠੀਕ ਹੈ, ਐਕਸ ਨੂੰ ਕਿਹਦੇ 'ਚ ਚੇਂਜ ਕਰਾਂਗੇ ਅਸੀਂ? ਮਾਈਨਸ ਐਕਸ ਦੇ ਵਿੱਚ, ਵਾਈ ਨੂੰ ਮਾਈਨਸ ਵਾਈ ਦੇ ਵਿੱਚ, ਜ਼ੈਡ ਨੂੰ ਮਾਈਨਸ ਜ਼ੈਡ ਦੇ ਵਿੱਚ। ਤਾਂ ਆਹ ਕੀ ਆ ਸਾਡੇ ਕੋਲੇ? ਰਾਈਟ ਹੈਂਡ ਸਿਸਟਮ। ਆਹ ਕੀ ਹੈ? ਲੈਫਟ ਹੈਂਡ ਸਿਸਟਮ। ਹੁਣ ਜਿਹੜੇ ਸਾਡੇ ਕੋਲੇ ਨਿਊਟਰੀਨੋ ਆ ਤੇ ਐਂਟੀ ਨਿਊਟਰੀਨੋ ਆ, ਜਿਹੜਾ ਨਿਊਟਰੀਨੋ ਆ ਇਹ ਹੈ ਰਾਈਟ ਹੈਂਡਡ, ਜਿਹੜਾ ਐਂਟੀ ਨਿਊਟਰੀਨੋ ਜਿਹੜਾ ਐਂਟੀ ਨਿਊਟਰੀਨੋ ਆ ਉਹ ਰਾਈਟ ਹੈਂਡਡ, ਜਿਹੜਾ ਨਿਊਟਰੀਨੋ ਆ ਸਾਡੇ ਕੋਲੇ ਹੁੰਦਾ ਲੈਫਟ ਹੈਂਡਡ। ਲੈਫਟ ਹੈਂਡਡ ਤੇ ਰਾਈਟ ਹੈਂਡਡ ਕਿਵੇਂ ਕਹਿ ਰਹੇ ਆ? ਕੋਈ ਦੱਸ ਸਕਦਾ ਇਹਨੂੰ? ਨਿਊਟ੍ਰੀਨੋ ਰਾਈਟ ਹੈਂਡਡ ਨਹੀਂ ਹੋਏਗਾ? ਰਾਈਟ ਹੈਂਡ ਤੇ ਲੈਫਟ ਹੈਂਡਡ ਹੋਣ ਦਾ ਮਤਲਬ ਕੀ ਹੁੰਦਾ? ਕੋਈ ਇਹ ਦੱਸ ਸਕਦਾ ਮੈਨੂੰ? ਪੈਰਿਟੀ ਚ ਚੇਂਜ ਆ ਜਾਣਾ। ਓਕੇ, ਠੀਕ ਹੈ। ਹੋਰ ਕੋਈ ਮਤਲਬ ਇਹਦਾ? ਪੋਜ਼ਿਟਿਵ ਨੈਗੇਟਿਵ ਐਕਸ ਐਕਸਿਸ ਦਾ ਮਤਲਬ ਨਹੀਂ ਹੁੰਦਾ ਗਾ। ਪੈਰਿਟੀ ਸਰ ਈਵਨ ਅੱਛਾ, ਮੈਨੂੰ ਐਂ ਦੱਸੋ ਤੁਹਾਡੇ ਕੋਲ ਟਾਈਮ ਕਿੰਨਾ? ਹੁਣ ਕਲਾਸ ਕਿੰਨਾ ਚਿਰ ਲਗਾ ਸਕਦੇ ਅੱਜ? ਚਲੋ ਸਰ 8 ਵਜੇ ਤੱਕ ਲਗਾਣੀ ਤਾਂ ਲਗਾ ਸਕਦੇ ਹੋ ਸਰ। 8 ਵਜੇ ਤੱਕ ਲਾ ਸਕਦੇ ਹੋ ਤੁਸੀਂ ਸਾਰੇ? ਯੈਸ ਸਰ। ਠੀਕ ਹੈ। ਤੁਸੀਂ ਸਰ ਇਹਦੇ ਨਾਲ ਨੂਮੈਰੀਕਲਸ ਨਹੀਂ ਹੋ ਰਹੇ, ਜਿਹੜੇ ਆਪਾਂ ਤਾਂ ਜਿਹਦੇ ਚ I3 ਸਟ੍ਰੇਨਸ ਦੇ ਬੇਸਿਸ ਤੇ ਕੀਤੇ ਸੀ ਉਹ ਤਾਂ ਠੀਕ ਹੈ, ਬਟ ਕਈ ਹਾਂ, ਟੇਡੇ ਜਿਹੇ ਹੈ ਜਿਵੇਂ D+U ਦੇ ਨਾਲ ਕੀਤੇ ਹੋਏ ਆ, ਚਾਰਜ ਓਕੇ। ਕੰਜ਼ਰਵੇਸ਼ਨ ਤਾਂ ਹੋ ਜਾਂਦੀ ਹੈ, ਉਹ D+U ਵਾਲੇ ਨਹੀਂ ਹੋ ਰਹੇ ਜਿਹੜੇ ਅਸਾਈਨਮੈਂਟ ਆਪਣੇ ਗਰੁੱਪ ਚ ਪਾਈ ਹੋਈ ਹੈ।
ਜਿਹੜੀ ਅਸਾਈਨਮੈਂਟ ਪਈ ਹੈ ਗਰੁੱਪ ਦੇ ਵਿੱਚ? ਹਾਂਜੀ, ਇੱਕ ਤਾਂ ਆਪਣੀ ਹੋਈ ਵੀ ਹੈ ਜਿਹੜੀ ਜਿਹਦੇ ਚ ਤਾਂ ਕੁਛ ਆ ਜਾਂਦਾ ਮਾਸ ਇਫੈਕਟ ਵਗੈਰਾ ਇਹ ਸਭ ਕੁਝ ਹੋ ਜਾਂਦਾ ਸਰ। ਬਟ ਜਿਹੜੇ ਆਹ ਆਪਾਂ ਡੀ ਪਲੱਸ ਯੂ ਗਿਵ ਰਾਈਜ਼ ਟੂ ਜੋ ਵੀ ਬਣਦਾ ਹੈਗਾ ਪਾਈ ਜਾਂ ਪਾਈ ਨੈਗੇਟਿਵ, ਉਹਦੇ ਚ ਅਪ ਡਾਊਨ ਦੀ ਕੀ ਲੈਣੀ ਹੈਗੀ ਚਾਰਜਿੰਗ ਜਾਂ ਸਟ੍ਰੇਨਸ, ਉਹ ਨਹੀਂ ਹੋ ਰਹੀ। ਮੈਂ ਤੁਹਾਨੂੰ ਭੇਜ ਦਾਂਗਾ ਸਰ ਗਰੁੱਪ ਦੇ ਵਿੱਚ। ਤੁਸੀਂ ਨਾ ਮੈਨੂੰ ਕੋਈ ਵੀ ਡਾਊਟ ਆ ਉਹ ਗਰੁੱਪ ਦੇ ਵਿੱਚ ਨਾ ਭੇਜਿਓ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਪਰਸਨਲੀ ਭੇਜ ਦਿਓ ਅੱਛਾ ਮੈਨੂੰ। ਜੀ, ਚਲੋ ਠੀਕ ਹੈ ਸਰ, ਪਰਸਨਲੀ ਭੇਜ ਜਿੰਨਾ ਮਰਜ਼ੀ ਕੋਈ ਵੀ ਡਾਊਟ ਆ ਜਿੰਨੇ ਮਰਜ਼ੀ ਮੈਨੂੰ ਪਰਸਨਲੀ ਮੈਸੇਜ ਭੇਜ ਦਿਓ ਤੁਸੀਂ, ਕੋਈ ਚੱਕਰ ਨਹੀਂ, ਮੈਂ ਤੁਹਾਡੇ ਸਾਰੇ ਡਾਊਟ ਸੋਲਵ ਕਰੂੰ। ਤੁਸੀਂ ਮੈਨੂੰ ਐਂ ਦੱਸੋ, ਅੱਜ ਇੱਕ ਰਿਕਾਰਡਡ ਲੈਕਚਰ ਦੇਖ ਲਓਗੇ? ਹਾਂਜੀ ਅਗਰ ਦੱਸੋ ਛੋਟਾ ਸਰ। ਜਿਹਾ कਦੋਂ तक ਰਿਕਾਰਡਡ सर ਲੈਕਚਰ हो ਦੇਖ, जाएगा सर रिकॉर्ड, कਦੋਂ तक हो जाएगा? ਮੈਂ 12 ਵਜੇ ਤੱਕ ਕਰਕੇ ਪਾ ਦੂੰਗਾ। ਐਕਚੁਅਲੀ ਮੈਂ ਹੁਣ ਥੋੜਾ ਜਿਹਾ ਜ਼ਰੂਰੀ ਜਾਣਾ। ठीक है सर, कोई गल नहीं। ਸਰ ਕਿਹੜੇ ਟੌਪਿਕ ਦਾ ਪਾਉਂਗੇ? ਇਹਦਾ ਹੀ ਨਿਊਕਲੀਅਰ ਦਾ ਹੀ, ਆਹ ਪੈਰਿਟੀ ਜਿਹੜਾ ਮੇਰਾ ਵਿੱਚ ਛੱਡਿਆ ਹੋਇਆ ਇਹੀ ਮੈਂ ਪਾਉਂਗਾ ਇਹਦੇ। ਓਕੇ ਸਰ। ਠੀਕ ਹੈ, ਇੱਕ ਕੱਲ ਦਾ ਲੈਕਚਰ ਸਿਰਫ ਇੱਕ ਹੋਰ ਲੱਗੂਗਾ ਨਿਊਕਲੀਅਰ ਫਿਜ਼ਿਕਸ ਤੇ। ਠੀਕ ਹੈ ਜੀ। ठीक है ਹੈ, सर। ਬਾਕੀ ਡਾਊਟ ਨੇ ਜਿੰਨੇ ਵੀ ਤੁਸੀਂ ਮੈਨੂੰ ਕਈ ਵਾਰੀ ਗਰੁੱਪ ਦੇ ਵਿੱਚ, ਮੇਰੇ ਕੋਲ ਗਰੁੱਪੇ ਬਹੁਤ ਜ਼ਿਆਦਾ ਹੋਏ ਹੋਏ ਨੇ ਤਾਂ ਪਤਾ ਹੀ ਨਹੀਂ ਲੱਗਦਾ ਮੇਰਾ ਕਿਹੜਾ ਡਾਊਟ ਆਇਆ ਹੋਇਆ, ਤਾਂ ਮੈਨੂੰ ਪਰਸਨਲੀ ਭੇਜ ਦਿਓ ਪਲੀਜ਼। ਕੋਈ ਵੀ ਡਾਊਟ ਆ ਮੈਨੂੰ ਪਰਸਨਲੀ ਭੇਜੋ ਤੁਸੀਂ। ਠੀਕ ਹੈ ਸਰ। ਇੱਕ ਸਰ ਜਿਵੇਂ ਮਤਲਬ ਮੈਂ ਲਾਸਟ ਵੀਕ ਹੀ ਜੁਆਇਨ ਕੀਤਾ 28-29 ਤਰੀਕ ਨੂੰ, ਹੁਣ ਇਸ ਤੋਂ ਬਾਅਦ ਕੀ ਕਰੀ, ਇਲੈਕਟ੍ਰੋਨਿਕਸ ਡਿਜੀਟਲ ਇਲੈਕਟ੍ਰੋਨਿਕਸ ਹੋ ਗਈ ਹੈ, ਇਸ ਤੋਂ ਅਗਲਾ ਕਿਹੜਾ ਸ਼ੁਰੂ ਕਰਾਂ, ਪੁਰਾਣਾ ਕੋਈ ਟੌਪਿਕ ਹੋਵੇ ਤੁਹਾਡਾ? ਤੁਸੀਂ ਕੁਆਂਟਮ ਕਰ ਲਈ? ਨਹੀਂ ਸਰ, ਕੁਆਂਟਮ ਨਹੀਂ ਹਜੇ ਕੀਤੀ। ਉਹਦੇ ਸਾਰੀ ਐਕਚੁਅਲੀ ਸਰ 11 ਪਲੱਸ 2 ਲੈਵਲ ਤੱਕ ਤਾਂ ਸਾਰੀ ਫਿਜ਼ਿਕਸ ਆਉਂਦੀ ਹੈ ਸਰ, ਮੈਨੂੰ 12-13 ਸਾਲ ਹੋ ਗਏ ਪੜ੍ਹਾਉਂਦੇ ਨੂੰ। ਉਦੋਂ ਇਲਾਵਾ ਦੱਸ ਦਿਓ ਜਿਹੜਾ ਕੋਈ ਮੈਨੂੰ ਲੱਗੇ ਮੈਨੂੰ ਕਿਹੜਾ ਕਰਨ ਵਾਲਾ ਹੈਗਾ, ਜਿਹੜਾ ਰਿਲੇਟ ਕਰ ਸਕੀਏ ਆਪਾਂ। ਤੁਸੀਂ ਐਂ ਕਰੋ, ਕੁਆਂਟਮ ਦੇ ਸਾਰੇ 11 ਲੈਕਚਰ ਨੇ, ਅੱਛਾ ਜੀ, ਉਹ ਫਟਾਫਟ ਦੇਖ ਲਓ। ਠੀਕ ਹੈ ਸਰ। ਠੀਕ ਹੈ, ਪੂਰੀ ਕੁਆਂਟਮ ਹੋ ਜੂ ਉਹਦੇ 'ਚ ਤੁਹਾਡੀ। ਬਿਲਕੁਲ ਸਿੰਪਲ ਕੁਐਸਚਨ ਆਉਂਦੇ ਨੇ ਕੁਆਂਟਮ 'ਚ, ਕੋਈ ਜ਼ਿਆਦਾ ਵੱਡੇ ਕੁਐਸਚਨ ਨਹੀਂ ਆਉਂਦੇ, ਬਿਲਕੁਲ ਸਿੰਪਲ ਕੁਐਸਚਨ। ਕੁਆਂਟਮ ਕੀ ਤੋਂ ਬਾਅਦ ਪੁੱਛਣਾ? ਹਾਂਜੀ, ਕੁਆਂਟਮ ਤੋਂ ਬਾਅਦ ਆ ਨਿਊਕਲੀਅਰ ਤੁਹਾਡੀ ਚੱਲ ਰਹੀ ਆ, ਹਾਂਜੀ ਪਾਰਟੀਕਲ। ਠੀਕ ਹੈ, ਹੋ ਤੇ ਹੋ ਇਸ ਗਈ ਤੋਂ ਬਾਅਦ ਸਰ। ਅਟੋਮਿਕ ਹੋ ਜੂਗੀ, ਅਟੋਮਿਕ ਹੋ ਜੂਗੀ। ਇਹ ਤੇ ਮੈਂ ਜ਼ਿਆਦਾ ਟਾਈਮ ਨਹੀਂ ਲਾਉਣਾ ਹੈਗਾ ਹੁਣ ਤੁਹਾਡਾ, ਠੀਕ ਹੈ ਜੀ, ਠੀਕ, ਜਲਦੀ ਜਲਦੀ ਥੈਂਕ ਕਰਨਾ ਯੂ। ਨਿਬੇੜਨਾ ਇਹਨੂੰ। ਠੀਕ ਹੈ। ਇਸ ਤੋਂ ਬਾਅਦ ਕੀ ਮੈਂ ਮੈਮ ਤੋਂ ਪੁੱਛਣਾ ਸੀ ਕਿ ਸਰ ਮੈਮ ਨੇ ਜਿਹੜੀ ਸੀਐਮਪੀ ਦੀ ਵੀਡੀਓ ਕਹੀ ਸੀ ਕਿ ਉਹ ਅਪਲੋਡ ਹੋ ਹਾਂਜੀ, ਚੁੱਕੀ ਹੈ, ਸਰ ਕੋਈ ਦੱਸ ਸਕਦਾ ਹੈ ਗਰੁੱਪ ਚੋਂ? ਉਹ ਹੋ ਚੁੱਕੀਆਂ ਹੈਗੀਆਂ, ਉਹ ਨਾ ਹੋਰ ਪਾਸੇ ਹੋ ਗਈਆਂ, ਕੈਮਿਸਟਰੀ ਵਾਲੇ ਪਾਸੇ ਚੈੱਕ ਕੀਤੀਆਂ ਕੱਲ ਮੈਂ, ਉਹ ਕੈਮਿਸਟਰੀ ਵਾਲੇ ਪਾਸੇ ਬੋਲੀ ਜਾਂਦੀਆਂ ਸੀ ਅੱਜ। 5 ਵੀਡੀਓਜ਼ ਹੈ। ਅੱਛਾ ਕਿਹੜੇ ਅੱਛਾ ਸਾਈਟ, ਲਾਈਵ ਲੈਕਚਰ ਹੈ ਕਿ ਕਿੱਥੇ ਹੈਗੇ ਆ, ਹਾਂਜੀ ਦੱਸ ਹਾਂਜੀ, ਸਕਦੇ ਹੋ ਲਾਈਵ ਦੇ ਤੁਸੀਂ? ਵਿੱਚ ਹੀ, ਲਾਈਵ ਦੇ ਵਿੱਚ ਹੀ ਕੈਮਿਸਟਰੀ ਦੇ ਵਿੱਚ ਆ ਕੇ ਦੇਖਿਆ ਮੈਂ, ਉਧਰ ਬੋਲੀ ਜਾਂਦੀਆਂ। ਫਿਜ਼ਿਕਸ 'ਚ ਠੀਕ 3 ਹੈ, ਬੋਲਦੀਆਂ ਪਈਆਂ, ਕੈਮਿਸਟਰੀ ਵਾਲੇ ਪਾਸੇ 5 ਬੋਲੀ ਜਾਂਦੀਆਂ, ਉਹ ਗਲਤੀ ਨਾਲ ਮੈਡਮ ਤੋਂ ਉਧਰ ਹੋ ਗਈਆਂ ਹੋਣੀਆਂ, ਟੋਟਲ 5। ਠੀਕ ਹੈ, ਮੈਂ ਕਰਾ ਠੀਕ ਦੇਣਾ ਹੈ। ਨਹੀਂ ਮੈਂ ਕੱਲ ਚੈੱਕ ਕਰੈਕਟ। ਕੀਤਾ ਲੇਕਿਨ ਮੈਨੂੰ ਮਿਲਿਆ ਨਹੀਂ ਸੀ, ਮੈਂ ਤਾਂ ਹੀ ਗਰੁੱਪ 'ਚ ਪੁੱਛਿਆ ਸੀ, ਕਿਸੇ ਨੇ ਰਿਪਲਾਈ ਨਹੀਂ ਕੀਤਾ ਫਿਰ। ਚਲੋ ਠੀਕ ਹੈ, ਮੈਂ ਕਰਾ ਦੇਣਾ ਚੈੱਕ, ਮੈਮ ਨੂੰ ਕਹਿ ਹਾਂਜੀ ਦੇਣਾ ਕਰਾ ਦੇਣਗੇ ਠੀਕ ਹੈ ਕਰੈਕਟ। ਬਾਕੀ ਮੈਂ ਸਰ। ਲੈਕਚਰ ਬੈਟਰ ਰਿਕਾਰਡ ਨਾ, ਕਰ। ਸੌਰੀ ਹਾਂਜੀ ਸਰ, ਹਾਂਜੀ ਬੈਟਰ ਸਰ ਇਹ ਰਹੇਗਾ ਜੀ, ਇੱਕ ਹੀ ਪਤਾ ਕੀ ਸਾਡੇ ਬਹੁਤ ਤੁਹਾਡੇ ਜਿਵੇਂ ਗਰੁੱਪ ਬਹੁਤ ਬਣੇ ਹੋਏ ਆ, ਸਾਡੇ ਉਵੇਂ ਫੋਲਡਰ ਬਹੁਤ ਬਣੀ ਜਾਂਦੇ ਅੰਦਰ ਐਪਲੀਕੇਸ਼ਨ ਦੇ ਵਿੱਚ ਹੀ। ਜਸਟ ਇਹ ਓਕੇ ਰਿਵੀਜ਼ਨ ਬੈਚ ਸਾਰਾ ਕੁਝ ਪੈ ਜੇ ਨਾ, ਬਹੁਤ ਅੱਛਾ ਹੋ ਜਾਏਗਾ ਸਾਰਿਆਂ ਨੂੰ। ਇਹ ਹੋ ਜਾਏਗਾ ਕਿ ਨਾਲ ਡੇਟ ਪੈ ਜੇ, ਜਾਂ ਕੋਈ ਜਿਹੜੇ ਤੁਸੀਂ ਹੁਣ ਕਰਾ ਰਹੇ ਹੋ ਡੇਟ ਵਾਈਜ਼ ਆਏ, ਜਿਹੜੇ ਪੁਰਾਣੇ ਉਹ ਸਮਝ ਆ ਹੀ ਜਾਏਗਾ ਕਿ ਪੁਰਾਣਾ ਜੂਨ 'ਚ ਹੋਇਆ, ਕੋਈ ਮਾਰਚ 'ਚ ਹੋਇਆ, ਕੋਈ ਮਈ 'ਚ ਹੋਇਆ ਵਾ। ਸਾਰਾ ਵੀ ਰਿਵੀਜ਼ਨ ਸਰ 'ਚ ਆ ਜਾਏ ਤਾਂ ਕੋਈ ਬੜਾ ਮਿਲਦਾ ਅੱਛਾ। ਹੈ ਨਹੀਂ, ਫਿਰ ਸਰ ਕੋਈ ਪੁੱਛਦੇ ਆ ਤਾਂ ਕੋਈ ਦੱਸਦਾ ਵੀ ਨਹੀਂ ਸਰ, ਫਿਰ ਉਹੀ ਅਸੀਂ ਤਾਂ ਰਿਵੀਜ਼ਨ ਸਮਝ ਨਹੀਂ ਸਾਰਾ ਆਉਂਦੀ। ਕੁਝ ਰਿਵੀਜ਼ਨ ਬੈਚ 'ਚ ਆ ਜਾਵੇ ਸਰ, ਮਤਲਬ ਜੋ ਹੁਣ ਵੀ ਅੱਛਾ। ਕਰਾ ਰਹੇ ਰਿਵੀਜ਼ਨ, ਉਹ ਵੀ ਜਿਹੜੀ ਪੁਰਾਣਾ ਸੀਗਾ, ਮਤਲਬ ਜੋ ਸਾਰਾ ਤੁਸੀਂ ਕਰਵਾ ਚੁੱਕੇ ਹੋ ਆਲਰੇਡੀ, ਜਿਹੜੇ ਰਿਕਾਰਡਡ ਹੈ ਰਿਵੀਜ਼ਨ ਦੇ ਵਿੱਚ 2 ਸਬ ਫੋਲਡਰ ਬਣ ਜਾਣ, ਮਤਲਬ ਇੱਕ ਤਾਂ ਪ੍ਰੈਜ਼ੈਂਟ ਰਿਵੀਜ਼ਨ ਆ ਜੇ, ਇੱਕ ਆ ਜੇ ਓਲਡ ਲੈਕਚਰਸ ਜਾਂ ਰਿਕਾਰਡਡ ਲੈਕਚਰਸ ਆ ਜਾਣ, ਥੋੜਾ ਦੇਖੋ ਈਜ਼ੀ ਜਿਹੜਾ ਹੋ ਤੁਸੀਂ ਜਾਏਗਾ। ਮੇਰੇ ਕੁਆਂਟਮ ਦੇ ਲੈਕਚਰ ਤੁਸੀਂ ਦੇਖੇ ਹੋਣਗੇ, ਉਹਦੇ 'ਚ ਮੈਂ 2 ਚੀਜ਼ਾਂ ਕ੍ਰੀਏਟ ਕਰਤੀਆਂ ਨੇ। ਅੱਛਾ ਇੱਕ ਜੀ, ਤਾਂ 올ਡ ਲੈਕਚਰ ਲਿਖਿਆ ਹੋਇਆ ਉੱਥੇ, ਠੀਕ ਹੈ ਜੀ। ਇੱਕ ਫਿਰ ਨਿਊ ਆਏ ਹੋਏ ਨੇ ਉਹ ਟੌਪਿਕ ਜਿਸ ਵਾਈਜ਼ ਤਰ੍ਹਾਂ ਉਹਦੇ 'ਚ। ਚੈੱਕ ਕੀਤਾ ਸੀ ਸਰ ਤੁਹਾਡਾ, ਤਾਂ ਸਾਡਾ ਤਾਂ ਸਰ ਹੈਗਾ ਸਰ 올ਡ ਤੇ ਨਿਊ ਦੇ ਨਾਮ ਤੋਂ। ਹਾਂ ਹਾਂ ਹਾਂ, ਸਰ ਹੁਣ ਮੈਮ ਨੇ ਕੋਈ ਰਿਕਾਰਡਡ ਵੀ ਦੇਖਣ ਨੂੰ ਕਹੀ ਸੀ CSIR ਨੈਟ ਦੀ, ਲੇਕਿਨ ਉਹ ਸਰ ਕਿਤੇ ਵੀ ਨਹੀਂ ਮਿਲ ਰਹੀ। ਅੱਛਾ ਮੈਂ ਇਹ ਕਹਿ ਰਿਹਾ ਤੁਹਾਨੂੰ ਕਿ ਐਵੇਂ ਕ੍ਰੀਏਟ ਕਰਵਾ ਦਾਂ ਕਿ ਜਿਹੜੇ 올ਡ ਨੇ ਉਹਨਾਂ ਨੂੰ 올ਡ ਰਿਕਾਰਡਿੰਗ ਦੇ ਵਿੱਚ ਪਾ ਦਈਏ, ਉੱਥੇ ਫੋਲਡਰ ਬਣਾ ਕੇ। ਹਾਂਜੀ ਹਾਂਜੀ, ਐਂ ਕਰ ਦਿਓ ਸਰ। ਹਾਂਜੀ ਸਰ, ਐਂ ਕਰ ਲਓ ਸਰ, ਇੱਕ ਫੋਲਡਰ ਅਲੱਗ, 2 ਫੋਲਡਰ ਬਣਾ ਦਿਓ ਸਰ, ਅਲੱਗ ਅਲੱਗ ਸੈਪਰੇਟ ਜਗ੍ਹਾ, ਕੁਝ ਸਮਝ ਹੀ ਨਹੀਂ ਆਉਂਦੀ ਫਿਰ ਐਵੇਂ ਤਾਂ। ਹਾਂ ਠੀਕ ਹੈ, ਮੈਂ ਕਰਵਾ ਦਿੰਦਾ। ਠੀਕ ਹੈ, ਥੈਂਕ ਯੂ ਸਰ। ਓਕੇ ਸਰ। ਕਿਉਂ ਸਰ? ਓਕੇ।
ਕਿਸੇ ਕੋਲ ਮੈਥਸ ਦੇ ਪ੍ਰੀਵੀਅਸ ਈਅਰ ਹੈ 2016 17 ਤਾਂ ਪਲੀਜ਼ ਸ਼ੇਅਰ ਕਰ ਦਿਓ ਵਿਦ ਆਨਸਰ ਕੀ। ਜਿੰਨੇ ਵੀ ਸੀ ਮੈਡਮ ਮੇਰੇ ਖਿਆਲ ਮੈਡਮ ਉਹ ਸ਼ੇਅਰ ਹੋ ਚੁੱਕੀ ਹੈਗੀ ਹੈ। 2016 17 ਦੇ ਨਹੀਂ ਸ਼ੇਅਰ ਹੋਏ ਸਰ। ਨਹੀਂ ਉਹ ਨਹੀਂ ਐਕਚੁਅਲੀ ਹੈਗੇ ਕਿਸੇ ਕੋਲ ਵੀ ਨਾ, 3704 ਵਾਲੇ ਹੈ। ਉਹ ਹੈ ਹੀ ਨਹੀਂ ਕਿਸੇ ਕੋਲ ਮੈਡਮ। 60 ਵਾਲਾ ਹੈਗਾ, 3704 ਵਾਲਾ ਤੇ 3582 ਜਿਹੜਾ ਸੀ, ਆਹੀ 3 ਪੇਪਰ ਹੀ ਹੈ ਸਾਰਿਆਂ ਕੋਲ। 60 ਵਾਲਾ ਵੀ ਕਰ ਦਿਓ, ਸ਼ੇਅਰ ਨਹੀਂ ਹੋਇਆ ਆਈ ਥਿੰਕ। ਜਿਹੜਾ ਤੁਹਾਨੂੰ ਮੈਂ ਇੱਕ 60 ਲਿੰਕ ਭੇਜ ਦਿੰਦਾ ਮੈਡਮ, ਉਹਦੇ 2016 ਦਾ ਸੀਗਾ। ਜਿਹੜਾ ਜੀ 3582 ਸੀ ਉਹ 2017 ਵਾਲਾ 2017 ਵਾਲਾ ਸੀਗਾ। ਜਿਹੜਾ 3704 ਹੈ 2020 ਵਾਲਾ ਸੀਗਾ। ਉਸ ਤੋਂ ਬਾਅਦ ਬੈਕਲੌਗ ਦਾ 2021 ਟੋਟਲ 4 ਪੇਪਰ ਨੇਗੇ। ਹਾਂਜੀ 60 ਵਾਲਾ ਤਾਂ ਹੈ ਹੀ ਨਹੀਂ ਹੈ ਵਿੱਚ। ਮੈਨੂੰ ਲੱਗਦਾ ਮੈਂ ਸ਼ੇਅਰ ਕੀਤਾ 60 ਵਾਲਾ ਹਰੇਕ ਨਾਲ। ਤੁਹਾਨੂੰ ਨਹੀਂ ਲਿੰਕ ਭੇਜ ਦਿੰਦੇ ਮੈਡਮ ਇੱਕ, ਉਹਦੇ ਚ ਤੁਹਾਨੂੰ ਠੀਕ ਮਿਲ ਜਾਣਗੇ ਤਿੰਨੇ। ਠੀਕ ਹੈ ਸਰ, ਥੈਂਕਸ। ਵਿਦ ਆਨਸਰ ਕੀ ਹੋਵੇ ਤਾਂ ਥੋੜਾ ਜਿਹਾ। ਆਂਸਰ ਹਾਂਜੀ ਕੀ ਦੇਖ ਲੈਣੇ ਚਲੋ ਮੈਡਮ, ਉਹ ਵੀ ਦੇਖ ਲੈਂਦੇ ਠੀਕ ਹੈ ਸਰ, ਥੈਂਕਸ। ਜਤਿੰਦਰ ਸਰ ਆਪਣਾ ਲੈਫਟ ਕਰ ਗਏ। ਹਾਂਜੀ ਚਲੋ ਕੋਈ ਇਹ ਦੱਸ ਸਕਦਾ ਵੀ ਹੁਣ ਸੋਲਿਊਸ਼ਨਸ ਕੈਮਿਸਟਰੀ ਚੋਂ ਕਰ ਰਿਹਾ ਮੈਂ, ਤੇ ਕੈਮੀਕਲ ਕਨੈਟਿਕਸ ਹੋ ਗਈ ਹੈ, ਪੋਲੀਮਰ ਹੋ ਗਏ ਹੈ। ਸੋਲਿਊਸ਼ਨ ਤੋਂ ਬਾਅਦ ਕਿਹੜਾ ਚੈਪਟਰ ਕੀਤਾ ਜਾਵੇ, ਇਕੁਇਲਿਬਰੀਅਮ ਕੀਤਾ ਜਾਵੇ ਜਾਂ ਕੁਝ ਹੋਰ? ਮੈਮ ਨੇ ਤਾਂ ਆਈ ਥਿੰਕ ਇਕੁਇਲਿਬਰੀਅਮ ਦਾ ਹੀ ਕਿਹਾ ਸੀ ਕਿ ਉਹ ਕਰ ਲਿਓ ਜੀ ਪਹਿਲੇ, ਕੈਮੀਕਲ ਇਕੁਇਲਿਬਰੀਅਮ ਦਾ। ਤੇ ਥਰਡ ਸਬਜੈਕਟ ਤੁਹਾਡੇ ਕੋਲ ਮੈਥ ਹੈ, ਹਾਂਜੀ ਤੇ ਡਿਫਰੈਂਸ਼ੀਏਸ਼ਨ ਇੰਟੀਗ੍ਰੇਸ਼ਨ ਤੁਸੀਂ ਕਰ ਲਈ ਹੈ? ਕੀਤੀ ਹੈ ਲੇਕਿਨ ਕੁਐਸਚਨਸ ਨਹੀਂ ਕਵਰ ਹੋ ਪਾ ਰਹੇ। ਮਤਲਬ ਕਨਸੈਪਟ ਕਲੈਰਿਟੀ ਹੋਈ ਹੈ ਲੇਕਿਨ ਕੁਐਸਚਨਸ ਕਰਦੇ ਆ ਉਹ ਨਹੀਂ ਹੁੰਦੇ ਪਏ। ਮੇਨ ਗੱਲ ਇੱਥੇ ਆਈ। ਮੈਂ ਐਕਚੁਅਲੀ ਇਹਨਾਂ ਦੇ ਕੋਰਸ ਨਹੀਂ ਲਿੱਤਾ ਹੋਇਆ ਬੰਸਲ ਅਕੈਡਮੀ ਦਾ, ਮੈਂ ਸੈਪਰੇਟ ਅੱਛਾ ਕਰ ਰਹੀ ਹਾਂ ਆਪਦਾ। ਤੁਸੀਂ ਉੱਥੇ ਕੋਰਸ ਲਿੱਤਾ ਇਹਨਾਂ ਦਾ? ਹਾਂਜੀ ਹਾਂਜੀ। ਠੀਕ ਹੈ, ਨਹੀਂ ਮੈਂ ਇਹਨਾਂ ਦਾ ਨਹੀਂ ਲਿੱਤਾ, ਮੈਂ ਐਕਚੁਅਲੀ ਸੈਪਰੇਟ ਲਿੱਤਾ ਮੈਂ। ਅੱਛਾ ਚਲੋ, ਉਹ ਕਿੰਨੇ ਦਿਨ ਦਾ ਕੰਮ ਹੈ ਡਿਫਰੈਂਸ਼ੀਏਸ਼ਨ ਇੰਟੀਗ੍ਰੇਸ਼ਨ ਵਾਲਾ? ਉਹ ਵੀ ਜ਼ਿਆਦਾ ਨਹੀਂ, ਕਨਸੈਪਟ ਕਲੈਰਿਟੀ ਹੋਗੀ ਤਾਂ 2-3 ਦਿਨਾਂ ਚ ਕਨਸੈਪਟ ਤਾਂ ਕਲੀਅਰ ਹੋ ਜਾਏਗਾ। ਬਾਕੀ ਕੁਐਸਚਨਸ ਪ੍ਰੈਕਟਿਸ ਹੀ ਹੈ ਮੇਨ ਤਾਂ। ਅੱਛਾ ਠੀਕ ਹੈ ਠੀਕ ਹੈ। ਹਾਂਜੀ ਕਿਉਂਕਿ +1 +2 ਦਾ ਹੀ ਹੈ, ਉਹਦੇ ਚ ਬੇਸਿਕਸ ਹੀ ਹੈ ਮੇਨ ਤਾਂ। ਅੱਛਾ ਅੱਛਾ ਠੀਕ ਹੈ ਜੀ, ਚਲੋ ਉਹ ਦੇਖ ਲੈਂਦੇ ਹਾਂ। ਹਾਂਜੀ ਮੈਂ ਭੇਜਦਾ ਮੈਡਮ ਗਰੁੱਪ 'ਚ, ਤੁਸੀਂ ਦੇਖ ਲਿਓ। ਹਾਂਜੀ ਸਰ, ਪਲੀਜ਼ ਰਿਕੁਐਸਟ ਹੈ ਇੱਕ ਤਾਂ ਕਰ ਦੇਣਾ ਕੰਮ। ਹਾਂਜੀ ਹਾਂਜੀ ਕੋਈ